अफवाह सी कि कुछ न्यूज़ चैनल्स के उत्ते जिन्हां नूं गोदी मीडिया कहा जाता है उन्हां दे उत्ते खबर नशर कर दी गई कि जिहड़ा 26 जनवरी नूं किसानां दी जिहड़ी परेड होण दी जिहड़ी तैयारी है यानी कि परेड जिहड़ी होनी है वो कैंसल हो गई है। जिहड़ी 26 जनवरी नूं परेड उलीकी गई है किसान जथेबंदियां दे वल्लों मार्च की जिन्नी भी तैयारी की गई है वो ज्यों दी त्यों है ते वो बजट ने ते वो परेड हो के रहेगी। किसान उम्मीद जरूर लैके जाता है हर बार कि चलो खैर जे ਇਹ ਚੀਜ਼ਾਂ ਹੋ ਵੀ ਰਹੀਆਂ ਨੇ ਉਸ ਦੇ ਬਾਵਜੂਦ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਬਰਫ਼ ਪਿਘਲੇਗੀ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਜਿਹੜੀ ਆ ਉਹ ਸਹੀ ਢੰਗ ਨਾਲ ਸੁਣੀ ਜਾਏਗੀ ਕਿਸੇ ਨਾ ਕਿਸੇ ਨਤੀਜੇ ਤੇ ਗੱਲ ਪਹੁੰਚੇ ਪਰ ਉਹ ਉਮੀਦਾਂ ਇੱਕ ਵਾਰ ਫੇਰ ਧਾਰਾਸ਼ਾਹੀ ਹੋ ਗਈਆਂ। ਨਰਿੰਦਰ ਤੋਮਰ ਦਾ ਬਿਆਨ ਆ ਗਿਆ ਸੀਗਾ ਕਿ ਅਸੀਂ ਸੁਪਰੀਮ ਕੋਰਟ ਦੇ ਕਿਸੇ ਵੀ ਫੈਸਲੇ ਦਾ ਇਹਤਰਾਮ ਕਰਦੇ ਹਾਂ ਉਹਨੂੰ ਅਸੀਂ ਪੂਰੀ ਤਰ੍ਹਾਂ ਨਾਲ ਮੰਨਾਂਗੇ ਜੇ ਸੁਪਰੀਮ ਕੋਰਟ ਦਾ ਕੋਈ ਫੈਸਲਾ ਹੁੰਦਾ ਹੈ ਪਰ ਜਿਹੜੀ ਕਿਸਾਨਾਂ ਨਾਲ ਗੱਲਬਾਤ ਜਿਹੜੀ ਜਾਰੀ ਰੱਖਾਂਗੇ ਔਰ ਉਹਦੇ ਵਿੱਚ ਫੇਰ ਇੱਕ ਹੈਂਗਰਬਾਜ਼ੀ ਸੀ ਉਸ ਬਿਆਨ ਦੇ ਵਿੱਚ ਵੀ ਜਿਹੜਾ ਚਿਹਰਾ ਨੰਗਾ ਹੋਇਆ ਹੈ ਉਹ ਉਸ ਲੋਕਾਂ ਨੂੰ ਸਮਝਣਾ ਚਾਹੀਦਾ ਉਹ ਚੀਜ਼ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਪਹਿਲੋਂ ਤੇ ਜਿਹੜੇ ਕਾਨੂੰਨ ਨੇ ਉਹ ਜੇ ਇੰਨੇ ਗਲਤ ਨਾ ਹੁੰਦੇ ਤਾਂ ਸੁਪਰੀਮ ਕੋਰਟ ਉੱਤੇ ਰੋਕ ਕਿਉਂ ਲਾਉਂਦੀ। ਸਰਕਾਰ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਹੀ ਉਹ ਉਸੇ ਤਰੀਕੇ ਨਾਲ ਹੀ ਇਸੇ ਕਰਕੇ ਜਿਹੜੀ ਮੀਟਿੰਗ ਹੈ ਉਹ ਵਾਰ-ਵਾਰ ਬੇਸਿੱਟਾ ਰਹਿ ਰਹੀ ਹੈ ਔਰ ਕੋਈ ਨਤੀਜਾ ਸਾਹਮਣੇ ਨਹੀਂ ਆ ਰਿਹਾ। ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਜਦੋਂ ਤਾਂ ਫਿਰ ਇਸੇ ਕਰਕੇ ਹੀ ਸੁਪਰੀਮ ਕੋਰਟ ਵਾਲੀਆਂ ਹਰਕਤਾਂ ਜਾਂ ਹੋਰ ਕਈ ਜਿਹੜੇ ਨੈਰੇਟਿਵ ਹੈ ਉਹ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਰ-ਵਾਰ। ਭੁਪਿੰਦਰ ਸਿੰਘ ਮਾਨ है जे उन्होंने ही पैर पिछे खिंच लिया उन्होंने कह दिता भी मैं कमेटी का हिस्सा नहीं हाँ तो हुण अजिहे दे विच पिछे रह गए 3 मैंबर जिन्हां दी कमेटी बनाई गई यानी 4 मैंबरी कमेटी सीगी ते पर हुण 3 रह गए ने भुपिंदर मान हट चुके ने विचों ते हुण की वो तीनों जिहड़े मैंबर बाकी कमेटी दे बचे हुए ने की वो रिपोर्ट तैयार करनगे। ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀਗਾ ਕਿ ਉਹਨਾਂ ਨੇ ਭੁਪਿੰਦਰ ਸਿੰਘ ਮਾਨ ਨਾਲ ਗੱਲ ਕੀਤੀ ਹੈ ਕਿ ਉਹ ਆਪਣਾ ਨਾਮ ਵਾਪਸ ਲੈ ਲੈਣ ਔਰ ਇਸ ਗੱਲ ਤੇ ਅਕਾਲੀ ਦਲ ਵੀ ਸਿਆਸਤ ਕਰਦਾ ਨਜ਼ਰ ਆਇਆ ਕਾਂਗਰਸ ਵੀ ਸਿਆਸਤ ਕਰਦੀ ਨਜ਼ਰ ਆਈ ਇਹ तमाम ਚੀਜ਼ਾਂ ਜਿਹੜੀਆਂ ਅੱਜ ਨਜ਼ਰ ਆਈਆਂ ਕਿਉਂਕਿ ਕਾਂਗਰਸਮੈਨ ਹੀ ਇਜ਼ ਅ ਕਾਂਗਰਸਮੈਨ ਭੁਪਿੰਦਰ ਸਿੰਘ ਮਾਨ ਜਿਹੜਾ ਹੈ ਉਹ ਉਹਨਾਂ ਨੇ ਕੀ ਜਿਹੜੇ ਲਾਹੇ ਲਏ ਉਹ ਵੀ ਸਾਰੀਆਂ ਗੱਲਾਂ ਸਾਰਿਆਂ ਨੂੰ ਪਤਾ ਹੈ। ਸਰਕਾਰ ਚਿੰਤਤ ਹੈ ਕਿ ਕਿਸੇ ਨਾ ਕਿਸੇ ਪਾਸਿਓਂ ਘੇਰਾਬੰਦੀ ਕਰੀਏ ਤਾਂ ਉਹਨਾਂ ਲੋਕਾਂ ਨੂੰ ਡੀਮੋਰਲਾਈਜ਼ ਕੀਤਾ ਜਾਏ ਜਿਹੜੇ ਲੋਕ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਭਾਵੇਂ ਫਾਈਨੈਂਸ਼ੀਅਲੀ ਇਹਨਾਂ ਨੇ ਭਾਵੇਂ ਆਪਣੇ ਘਰਾਂ ਚੋਂ ਮੇਲ ਮੈਂਬਰਸ ਭੇਜ ਕੇ ਔਰਤਾਂ ਵੀ ਆ ਰਹੀਆਂ ਨੇ ਇਹ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਮਨੋਬਲ ਤੋੜਿਆ ਜਾਵੇ। सत श्री अकाल जी एंड गुड मॉर्निंग की हाल चाल है थोड़े सारिਆਂ ਦਾ उम्मीद करते हैं जी सारे जने बिल्कुल ठीक होवोगे सेहत जी है बिल्कुल सारिਆਂ ਦੀ ठीक होगी। द मॉर्निंग शो ਦੇ ਵਿੱਚ ਸਾਡੇ ਸਾਰੇ ਦਰਸ਼ਕ हर दिन ਸਾਡੇ ਨਾਲ जुड़ते हैं नवियां और बहुत सारिया ਅਸੀਂ ਗੱਲਾਂ शेयर करते हैं जिन्ना भी हो सके साडी कोशिश हुंदी है कि नवे मुद्दे दे उत्ते जिन्ना भी अपडेट है वो तुहाडे रूबरू कर सकीए तुहाडे नाल उस रिगार्डिंग जिहड़ियां गल्लां कर सकीए। सब तो वड्डा अपडेट जिसका इंतजार सानू सारिਆਂ ਨੂੰ हैगा सी कैनेडा ਦੇ ਵਿੱਚ ਇਸ ਵੇਲੇ मॉर्निंग चढ़ी है तो इस ਲਈ ਸਾਰਿਆਂ ਨੂੰ इस चीज़ का सीगा कि जो भारत दे विच दिन की सारी जो भारत दिन सी तो उस वेले की जिहड़ी मीटिंग किसान जथेबंदियां दी हुई है उसका अपडेट सारिਆਂ ਨੂੰ मिल जाए। सो उस अपडेट के मुताबिक तो यही है कि जिहड़ी 9वें गेट की मीटिंग सीगी ये भी तकरीबन बेसिट्टा ही रही। हालांकि किसान आगूआं ने तो मीटिंग ते जाण तो पहला ही ये गल कह दी सी कि कोई ज़्यादा आस उम्मीद लैके असीं जा नहीं रहे क्योंकि सानू नहीं लगता कि अज कोई बहुत ही हैरानीजनक जिहड़े नतीजे ने वो निकल के सामने आ जाणगे। सो जिहा ही होया। हालांकि नरिंਦਰ तोमर ने कोशिश जरूर की है मीटिंग दे विच किसानां नूं एक गल फिर तो उन्होंने कह दी कि जे बिल रद्द जिहड़े है वो असीं नहीं करांगे कोई होर गल करो। हालांकि किसान जथेबंदियां दे जिहड़े आगू मीटिंग दे विच पहुंचे हुए सी उन्होंने साफ तौर पर कह दिता कि जिहड़ी गल असीं करन आए हां उस दे उत्ते असीं बिल्कुल कायम है। ऑफर दित्ती गई किसानां नूं कि जे MSP ਦੇ ਉੱਤੇ ਅਸੀਂ ਕਾਨੂੰਨ ਬਣਾ ਦਈਏ ਤਾਂ ਕੀ ਖਤਮ ਕਰ ਦੂੰਗੇ ਅੰਦੋਲਨ ਤਾਂ ਕਿਸਾਨ ਜਥੇਬੰਦੀਆਂ ਨੇ ਉਸ ਦੇ ਉੱਤੇ ਵੀ ਕਿਹਾ ਕਿ ਸਾਡਾ ਹੱਕ ਹੈ ਔਰ ਜਿਹੜੇ ਖੇਤੀ ਕਾਨੂੰਨ ਬਿੱਲ ਨੇ ਔਰ ਜਿੰਨੇ ਵੀ ਨੇ ਉਹ ਅਸੀਂ ਰੱਦ ਕਰਾਉਣ ਦੀ ਜਿਹੜੀ ਮੰਗ ਹੈ ਉਹ ਸਾਡੀ ਉਸੇ ਦੇ ਉੱਤੇ ਅਸੀਂ ਡਟੇ ਹੋਏ ਹਾਂ। ਸੋ ਇਸ ਤਰੀਕੇ ਨਾਲ 5 ਘੰਟੇ ਜਿਹੜੀ ਹੈ ਮੀਟਿੰਗ ਚੱਲਦੀ ਰਹੀ ਗੱਲਾਂ ਜੋ ਵੀ ਹੁੰਦੀਆਂ ਉਹ ਚੱਲੀਆਂ ਪਰ बाकी मीटिंगां की तरह ये जी 9वें गेट की मीटिंग सी ये भी तकरीबन बेसिट्टा ही रही फेल ही साबित हुई। किसान जथेबंदियां के आगुआं ने यह तो जरूर हुण कह दिता है कि मीटिंगां जे सरकार करेगी तो असीं मीटिंगां दे लई तैयार भी हाँ क्योंकि मीटिंगां दे विच जे सरकारी मंत्री जे कह रहे हैं कि मीटिंगां दे नाल हल निकलेगा तो किसान जथेबंदियां भी कहिंदियां ने कि असीं यही चाहुंदे हां कि हल निकले इसलिए असीं सरकार दे नाल हर मीटिंग करांगे तो वो पहुँच भी रहे हैं सारे मीटिंग करन दे लई।
ਹੁਣ ਅਜਿਹੇ ਦੇ ਵਿੱਚ ਅਫਵਾਹ ਇੱਕ ਹੋਰ ਸਾਹਮਣੇ ਆਈ ਸੀ। ਅਫਵਾਹ ਸੀ ਕਿ ਕੁਝ ਨਿਊਜ਼ ਚੈਨਲਸ ਦੇ ਉੱਤੇ ਜਿਨ੍ਹਾਂ ਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ, ਉਹਨਾਂ ਦੇ ਉੱਤੇ ਖਬਰ ਨਸ਼ਰ ਕਰ ਦਿੱਤੀ ਗਈ ਕਿ ਜਿਹੜਾ 26 ਜਨਵਰੀ ਨੂੰ ਕਿਸਾਨਾਂ ਦੀ ਜਿਹੜੀ ਪਰੇਡ ਹੋਣ ਦੀ ਜਿਹੜੀ ਤਿਆਰੀ ਹੈ, ਯਾਨੀ ਕਿ ਪਰੇਡ ਜਿਹੜੀ ਹੋਣੀ ਹੈ ਉਹ ਕੈਂਸਲ ਹੋ ਗਈ ਹੈ। ਯਾਨੀ ਕਿ ਕਿਸਾਨ ਜਥੇਬੰਦੀਆਂ ਨੇ, ਕਿਸਾਨਾਂ ਨੇ ਉਹ ਕੈਂਸਲ ਕਰ ਦਿੱਤੀ ਹੈ। ਅੱਜ ਜਿਵੇਂ ਹੀ ਬਲਬੀਰ ਰਾਜੇਵਾਲ ਹੋਰਾਂ ਦੇ ਨਾਲ ਔਰ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਮੀਟਿੰਗ ਦੇ ਲੈ ਕੇ ਜਿਹੜੀ ਪਰੇਡ ਅਸੀਂ ਕੀਤੀ ਹੈ, ਪਰੇਡ ਦੀ ਤਾਰੀਖ ਜਿਹੜੀ ਮਿੱਥੀ ਗਈ ਹੈ, ਉਸ ਨੂੰ ਲੈ ਕੇ ਅਜਿਹੀ ਅਫਵਾਹ ਜਿਹੜੀ ਹੈ ਉਹ ਗੋਦੀ ਮੀਡੀਆ ਦੇ ਵੱਲੋਂ ਫੈਲਾਈ ਜਾ ਰਹੀ ਹੈ, ਜਦਕਿ ਅਜਿਹਾ ਨਹੀਂ ਹੈ। ਜਿਹੜੀ 26 ਜਨਵਰੀ ਨੂੰ ਪਰੇਡ ਉਲੀਕੀ ਗਈ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ, ਮਾਰਚ ਦੀ ਜਿੰਨੀ ਵੀ ਤਿਆਰੀ ਕੀਤੀ ਗਈ ਹੈ ਉਹ ਜਿਉਂ ਦੀ ਤਿਉਂ ਹੈ ਤੇ ਉਹ ਬਜਿੱਦ ਨੇ ਤੇ ਉਹ ਪਰੇਡ ਹੋ ਕੇ ਰਹੇਗੀ। ਔਰ ਉਹਨਾਂ ਕਿਹਾ ਕਿ ਅਫਵਾਹਾਂ ਦੇ ਵਿੱਚ ਜਿਹੜੇ ਵੀ ਨੇ ਪੰਜਾਬ, ਹਰਿਆਣਾ, ਮਹਾਰਾਸ਼ਟਰ, ਬਿਹਾਰ ਤੋਂ ਜਿੰਨੇ ਵੀ ਕਿਸਾਨ ਜੁੜ ਰਹੇ ਨੇ ਉਹ ਅਫਵਾਹਾਂ ਤੇ ਨਾ ਜਾਣ, ਇਹ ਜਿਹੜੀ ਪਰੇਡ ਹੈ ਉਹ ਹੋ ਕੇ ਰਹੇਗੀ। ਇਸ ਤੋਂ ਇਲਾਵਾ ਕੀ ਕੁਝ ਹੋਰ ਅੱਜ ਦੇ ਦਿਨ ਪੂਰੇ ਭਾਰਤ ਦੇ ਵਿੱਚ ਵਾਪਰਿਆ, ਕੀ ਹੋਇਆ ਜਦੋਂ ਮੀਟਿੰਗ ਹੋਈ, ਤਾਂ ਕਿਸਾਨ ਜਥੇਬੰਦੀਆਂ ਇਸ ਵੇਲੇ ਕਿਵੇਂ ਦਾ ਮਹਿਸੂਸ ਕਰ ਰਹੀਆਂ ਨੇ? ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰਾਜੇਸ਼ ਗਿੱਲ ਜੀ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ। ਰਾਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਬਹੁਤ ਸ਼ੁਕਰੀਆ ਜੀ ਬਿਲਕੁਲ ਰਾਜੇਸ਼ ਜੀ, ਤੁਹਾਡੀ ਤਾਂ ਪੂਰੇ ਦਿਨ ਨਜ਼ਰ ਰਹੀ ਹੈ, ਪੂਰੀ ਖਬਰ ਇੱਕ ਵਾਰੀ ਦੱਸੋ ਕਿ ਕੀ ਸੀਗੀ ਮੀਟਿੰਗ ਹੋਈ। ਹਾਲਾਂਕਿ 9ਵੇਂ ਗੇਟ ਦੀ ਮੀਟਿੰਗ ਜਿਹੜੀ ਹੈ ਉਹ ਫਿਰ ਤੋਂ ਬੇਸਿੱਟਾ ਹੀ ਰਹੀ ਹੈ। ਸੋ ਕਿਸਾਨ ਜਥੇਬੰਦੀਆਂ ਦੇ ਆਗੂ ਹੈ ਉਹ ਤਾਂ ਪੂਰੀ ਤਰ੍ਹਾਂ ਆਪਣੀ ਮੰਗ ਦੇ ਉੱਤੇ ਡਟੇ ਹੋਏ ਨੇ। ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ MSP ਕੀ, ਉਹ ਤਾਂ ਸਾਡਾ ਹੱਕ ਹੈ। ਜੇ ਕਾਨੂੰਨ ਰੱਦ ਕਰਵਾਉਣੇ ਨੇ, ਅਸੀਂ ਬਿੱਲ ਰੱਦ ਕਰਵਾਉਣੇ ਨੇ ਤਾਂ ਉਹ ਮੰਗ ਸਾਡੀ ਮੰਨਣੀ ਜਾਇਜ਼ ਹੈ। ਜਦਕਿ ਸਰਕਾਰ ਜਿਹੜੀ ਹੈ ਅਜੇ ਵੀ ਗਾਏ ਬਗਾਹੇ ਕਹਿ ਸਕਦੇ ਹਾਂ ਕਿ ਉਹਨਾਂ ਦੇ ਅੱਗੇ ਇੱਕ ਆਫਰਜ਼ ਹੀ ਭੇਟ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਣੀ ਗੱਲ ਨੂੰ ਗੋਲ-ਮੋਲ ਕਰ ਰਹੀ ਹੈ। ਇਹ ਕਿਉਂ? ਦੇਖੋ, ਇਹ ਜਿਹੜੀ ਮੀਟਿੰਗ ਆ, ਜਿਵੇਂ ਕਿ ਤੁਸੀਂ ਵੀ ਪਹਿਲਾਂ ਕਿਹਾ ਕਿ ਜਿਸ ਤਰ੍ਹਾਂ ਦੀ ਉਮੀਦ ਸੀ ਉਸ ਤਰ੍ਹਾਂ ਦਾ ਹੀ ਹੋਇਆ ਕਿ ਕਿਸਾਨਾਂ ਨੂੰ ਵੀ ਬਹੁਤੀ ਉਮੀਦ ਨਹੀਂ ਸੀ। ਉਹਨਾਂ ਨੂੰ ਵੀ ਲੱਗਦਾ ਸੀ ਕਿ ਇਹ ਮੀਟਿੰਗ ਬੇਸਿੱਟਾ ਹੀ ਰਹੇਗੀ ਤੇ ਬੇਸਿੱਟਾ ਹੀ ਰਹੇਗੀ। ਤਾਰੀਖ ਤੇ ਤਾਰੀਖ ਪੈ ਰਹੀ ਹੈ ਔਰ ਹਰ ਮੀਟਿੰਗ ਜਿਹੜੀ ਹੈ ਬੇਸਿੱਟਾ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਜਿਹੜਾ ਐਡਾ ਵੱਡਾ ਡਰਾਮਾ ਹੋਇਆ, ਜਿਹੜਾ ਇੰਨਾ ਵੱਡਾ ਇੱਕ ਸੁਪਰੀਮ ਕੋਰਟ ਦੀ ਐਂਟਰੀ ਹੋਈ, ਜਿਹੜੀ ਬੜੇ ਵੱਡੇ ਕੈਨਵਸ ਤੇ ਐਂਟਰੀ ਹੋਈ ਔਰ ਉਹ ਉਸ ਨੂੰ ਲੈ ਕੇ ਬੜੀਆਂ ਚਰਚਾਵਾਂ ਗਰਮ ਰਹੀਆਂ ਕਿ ਹੁਣ ਕੀ ਹੋਏਗਾ। ਹਰ ਕੋਈ ਇਸ ਚੀਜ਼ ਨੂੰ ਲੈ ਕੇ ਦੁਚੱਤੀ 'ਚ ਪੈ ਗਿਆ ਸੀ ਕਿ ਇਸ ਦਾ ਨਤੀਜਾ ਹੁਣ ਕੀ ਨਿਕਲੇਗਾ। ਪਹਿਲਾਂ ਤਾਂ ਇਹ ਵੀ ਕਿਆਸ ਰਾਈਆਂ ਲਾਈਆਂ ਗਿਆ ਕਿ ਮੀਟਿੰਗ ਹੋਵੇਗੀ ਵੀ ਜਾਂ ਨਹੀਂ ਹੋਏਗੀ। ਖੈਰ, ਆਖਿਰਕਾਰ ਕਿਸਾਨਾਂ ਵੱਲੋਂ ਪਹਿਲਾਂ ਇਸ ਬਾਰੇ ਪਹਿਲ ਕਦਮੀ ਕੀਤੀ ਗਈ। ਉਹਨਾਂ ਨੇ ਕਿਹਾ, ਉਹਨਾਂ ਦਾ ਬਿਆਨ ਪਹਿਲਾਂ ਆਇਆ ਕਿ ਜੇ ਮੀਟਿੰਗ ਸੱਦਦੀ ਹੈ ਸਰਕਾਰ ਤੇ ਉਹ ਮੀਟਿੰਗ ਤੇ ਜ਼ਰੂਰ ਜਾਣਗੇ। ਉਸ ਤੋਂ ਬਾਅਦ ਨਰਿੰਦਰ ਤੋਮਰ ਦਾ ਬਿਆਨ ਆ ਗਿਆ ਕਿ ਨਹੀਂ ਜੀ, ਮੀਟਿੰਗ ਅਸੀਂ ਜ਼ਰੂਰ ਕਰਾਂਗੇ। ਖੈਰ, ਇੱਕ ਉਹ ਜਿਹੜਾ ਸਸਪੈਂਸ ਸੀ ਉਹ ਟੁੱਟ ਗਿਆ ਤੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਅੱਜ ਦੀ ਮੁਨੱਕਦ ਕੀਤੀ ਗਈ, ਉਸ ਮੀਟਿੰਗ ਦੇ ਵਿੱਚ ਕਿਸਾਨ ਉਮੀਦ ਜ਼ਰੂਰ ਲੈ ਕੇ ਜਾਂਦਾ ਹੈ ਹਰ ਵਾਰ ਕਿ ਚਲੋ ਖੈਰ ਜੇ ਇਹ ਚੀਜ਼ਾਂ ਹੋ ਵੀ ਰਹੀਆਂ ਨੇ ਉਸ ਦੇ ਬਾਵਜੂਦ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਬਰਫ਼ ਪਿਘਲੇਗੀ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਜਿਹੜੀ ਆ ਉਹ ਸਹੀ ਢੰਗ ਨਾਲ ਸੁਣੀ ਜਾਏਗੀ, ਕਿਸੇ ਨਾ ਕਿਸੇ ਨਤੀਜੇ ਤੇ ਗੱਲ ਪਹੁੰਚੇਗੀ। ਪਰ ਉਹ ਉਮੀਦਾਂ ਇੱਕ ਵਾਰ ਫੇਰ ਧਾਰਾਸ਼ਾਹੀ ਹੋ ਗਈਆਂ ਕਿਉਂਕਿ ਮੀਟਿੰਗ ਜਿਹੜੀ ਚੱਲੀ 5 ਘੰਟੇ ਜ਼ਰੂਰ ਮੀਟਿੰਗ ਚੱਲੀ ਹੈ, ਸਿਰਫ ਨਾਂ ਦੀ 5 ਘੰਟੇ ਚੱਲੀ ਹੈ। ਬਿਲਕੁਲ ਮੀਟਿੰਗ ਜਿਹੜੀ ਗੱਲਬਾਤ ਹੋਈ ਹੈ, ਗੱਲਬਾਤ 2.5-3 ਘੰਟੇ ਗੱਲਬਾਤ ਹੋਈ। ਉਸ ਤੋਂ ਬਾਅਦ ਖਾਣਾ ਖਾਣ ਗਏ। ਖਾਣਾ ਖਾਣ ਜਾਣ ਤੇ ਉੱਠ ਕੇ ਜਦੋਂ ਗਏ ਤਾਂ ਇੱਕ ਦੂਜੇ ਨੂੰ ਦੁਬਾਰਾ ਮਿਲਣਾ ਵੀ ਜਿਹੜਾ ਮੁਸ਼ਕਲ ਜਾਪ ਰਿਹਾ ਸੀ ਕਿਉਂਕਿ ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਕੁਝ ਨਹੀਂ ਹੋਣਾ। ਸਰਕਾਰ ਨੂੰ ਵੀ ਪਤਾ ਲੱਗ ਗਿਆ ਸੀਗਾ ਕਿ ਇਹ ਬਾਜ਼ਿਦ ਨੇ, ਇਹ ਉੱਥੇ ਹੀ ਅੜੇ ਹੋਏ ਨੇ, ਜਿੱਥੇ ਪਹਿਲੋਂ ਸੂਈ ਸੀ ਉੱਥੇ ਹੀ ਅੜੀ ਹੋਈ ਹੈ, ਇਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਸੋ ਇਹ ਮੀਟਿੰਗ ਜਿਹੜੀ ਕਹਿਣ ਨੂੰ 5-5.5 ਘੰਟੇ ਦੀ ਸੀ, ਪਰ ਜਿਹੜੀ ਗੱਲਬਾਤ ਹੋਈ ਉਹ ਕਰੀਬ 2.5 ਘੰਟੇ ਗੱਲਬਾਤ ਹੋਈ ਔਰ ਜਿਸ ਦੇ ਵਿੱਚ ਵਾਰ-ਵਾਰ ਉਹੀ ਗੱਲਾਂ ਪੁਰਾਣੀਆਂ ਦੁਹਰਾਈਆਂ ਗਈਆਂ ਕਿ ਅਮੈਂਡਮੈਂਟ ਕਰਵਾ ਲਓ, ਜਿੰਨੀ ਅਮੈਂਡਮੈਂਟ ਕਰਨੀ ਹੈ ਉਹ ਕਰ ਦਿੰਦੇ ਆ, ਪਰ ਇਹ ਰਿਪੀਲ ਨਹੀਂ ਹੋਣੇ, ਵਾਪਸ ਨਹੀਂ ਹੋਣਗੇ। ਇਸ ਗੱਲ ਤੇ ਜਦੋਂ ਲੰਮੀ ਬਹਿਸ ਚੱਲੀ ਤੇ ਉਸ ਤੋਂ ਬਾਅਦ ਫਿਰ ਕਿਸਾਨ MSP ਤੇ ਆ ਗਏ ਕਿ MSP ਜਿਹੜੀ ਹੈ, ਚਲੋ ਉਹਦੇ ਬਾਰੇ ਗੱਲ ਕਰ ਲੈਂਦੇ ਆ। ਉਹਦੇ ਬਾਰੇ ਵੀ ਕੋਈ ਬਹੁਤੀ ਗੱਲ ਨਹੀਂ ਹੋ ਸਕੀ ਔਰ ਇੰਨੀ ਗੱਲ ਜ਼ਰੂਰ ਕਹੀ ਗਈ ਕਿ ਅਗਲੀ ਮੀਟਿੰਗ ਦੇ ਵਿੱਚ ਇਸ ਦੀ ਚਰਚਾ ਕਰਾਂਗੇ, ਜਿਹੜੀ ਕਿ 19 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ। ਗੱਲਾਂ ਦੌਰਾਨ ਇਹ ਵੀ ਗੱਲ ਕਹੀ ਗਈ ਕਿ ਜੇ ਉਸਨੂੰ ਵਾਪਸ ਲੈਣੇ ਆ ਤੇ ਤੁਸੀਂ ਉਹਦਾ ਕਾਨੂੰਨ ਬਣਦਾ ਹੈ ਤੇ ਕਿ ਤੁਸੀਂ ਆਪਣੇ ਜਿਹੜੇ ਰਿਪੀਲ ਵਾਲਾ ਕੰਮ ਜਿਹੜਾ ਛੱਡ ਦੋਗੇ। ਕਿਸਾਨਾਂ ਨੇ ਕਿਹਾ ਕਿ ਨਹੀਂ ਜੀ, ਉਹ ਉਹਨਾਂ ਦਾ ਬਿਲਕੁਲ ਉਹ ਜਿਹੜੀ ਮੰਗ ਹੈ, ਕਿਉਂਕਿ 4 ਮੰਗਾਂ ਸੀ ਸ਼ੁਰੂ ਤੋਂ ਲੈ ਕੇ ਚੱਲੇ, ਜਿਨ੍ਹਾਂ ਚੋਂ ਪਹਿਲੀਆਂ 2 ਮੰਗਾਂ ਜਿਹੜੀਆਂ ਮੰਨੀਆਂ ਜਾ ਚੁੱਕੀਆਂ, 2 ਮੰਗਾਂ ਜਿਹੜੀਆਂ ਹਜੇ ਬਦਸਤੂਰ ਉਸੇ ਤਰੀਕੇ ਨਾਲ ਹੀ ਨੇ ਔਰ ਉਹਨਾਂ ਦੀ ਮੰਗ ਤੇ ਉੱਤੇ ਕਿਸਾਨ ਬਿਲਕੁਲ ਅੜੇ ਹੋਏ ਨੇ। ਹੁਣ ਇਹ ਜਿਹੜੀ ਇੱਕ ਹੋਰ ਗੱਲ ਜਿਹੜੀ ਦਿਮਾਗ ਦੇ ਵਿੱਚ ਆ ਰਹੀ ਸੀ ਲੋਕਾਂ ਦੇ ਕਿ ਇੱਕ ਪਾਸੇ ਜਿਹੜਾ ਸੁਪਰੀਮ ਕੋਰਟ ਹੈ ਉਹ ਆਪਣੀ ਕਮੇਟੀ ਫਾਰਮ ਕਰਤੀ। ਹਾਲਾਂਕਿ ਉਸ ਤੋਂ ਪਹਿਲਾਂ ਵੀ ਕੱਲ ਜਿਹੜਾ ਬੜਾ ਹਾਈ ਲੈਵਲ ਡਰਾਮਾ ਇਹ ਹੋਇਆ ਕਿ ਉਸ ਦੇ ਵਿੱਚ ਜਿਹੜੇ ਭੁਪਿੰਦਰ ਸਿੰਘ ਮਾਨ ਜਿਹੜੇ ਬੜੇ ਅਹਿਮ ਮੈਂਬਰ ਸਨ
ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਉਸ ਤੋਂ ਬਾਅਦ ਬੜੀਆਂ ਚਰਚਾਵਾਂ ਹੋਈਆਂ, ਬੜੀਆਂ ਗੱਲਾਂ ਹੋਈਆਂ, ਬਿਲਕੁਲ। ਬੜੀਆਂ ਕਿਆਸਰਾਈਆਂ ਲਾਈਆਂ ਗਈਆਂ ਹੂੰ। ਕਿ ਹੁਣ ਕੀ ਹੋਊਗਾ, ਹੁਣ ਕੀ ਹੋਊਗਾ। ਹੂੰ। ਪਰ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਕਿਸੇ ਕਿਸਮ ਦੀ ਅਜਿਹੀ ਚਰਚਾ ਨਹੀਂ ਹੋਈ। ਹੂੰ। ਸੁਪਰੀਮ ਕੋਰਟ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਕਿ ਸੁਪਰੀਮ ਕੋਰਟ ਦੀ ਜੇ ਕਮੇਟੀ ਹੈ, ਹਾਲਾਂਕਿ ਉਸ ਤੋਂ ਪਹਿਲਾਂ ਨਰਿੰਦਰ ਤੋਮਰ ਦਾ ਬਿਆਨ ਆ ਗਿਆ ਸੀਗਾ ਕਿ ਅਸੀਂ ਸੁਪਰੀਮ ਕੋਰਟ ਦੇ ਕਿਸੇ ਵੀ ਫੈਸਲੇ ਦਾ ਇਹਤਰਾਮ ਕਰਦੇ ਹਾਂ, ਉਹਨੂੰ ਅਸੀਂ ਪੂਰੀ ਤਰ੍ਹਾਂ ਨਾਲ ਮੰਨਾਂਗੇ ਜੇ ਸੁਪਰੀਮ ਕੋਰਟ ਦਾ ਕੋਈ ਫੈਸਲਾ ਹੁੰਦਾ ਹੈ। ਪਰ ਜਿਹੜੀ ਕਿਸਾਨਾਂ ਨਾਲ ਗੱਲਬਾਤ ਜਿਹੜੀ ਜਾਰੀ ਰੱਖਾਂਗੇ। ਔਰ ਉਹਦੇ ਵਿੱਚ ਫਿਰ ਇੱਕ ਹੈਂਕੜਬਾਜ਼ੀ ਸੀ ਉਸ ਬਿਆਨ ਦੇ ਵਿੱਚ ਵੀ ਕਿ ਕਿਸਾਨ ਚਾਹੁੰਦੇ ਸੀ ਕਿ ਮੀਟਿੰਗ ਕਰਨੀ ਹੈ, ਅਸੀਂ ਮੀਟਿੰਗ ਕਰ ਲਈ। ਹੁਣ ਉਹਨਾਂ ਅੱਜ ਫਿਰ ਬਿਆਨ ਦਿੱਤਾ ਕਿ ਜੇ ਕਿਸਾਨ ਚਾਹੁੰਦੇ ਨੇ ਕਿ 19 ਨੂੰ ਮੀਟਿੰਗ ਕਰੀ ਤੇ ਅਸੀਂ ਫਿਰ 19 ਨੂੰ ਮੀਟਿੰਗ ਸੱਦ ਲਈਏ। ਭਾਵ ਇਹ ਹੈ ਕਿ ਹਰ ਗੱਲ ਦੇ ਵਿੱਚ ਜਿਹੜੀ ਹੈ ਗੱਲਬਾਤ ਵੀ ਕਰੀ ਜਾਣੀ ਹੈ ਔਰ ਇਸ ਦੇ ਨਾਲ ਆਪਣਾ ਜਿਹੜਾ ਇੱਕ ਰੇੜਕਾ ਪਾਇਆ ਹੈ ਉਹ ਉੱਥੇ ਦਾ ਉੱਥੇ ਹੀ ਹੈ, ਉਹ ਉਸਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਸਰਕਾਰ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਹੀ, ਉਹ ਉਸੇ ਤਰੀਕੇ ਨਾਲ ਹੀ ਹੈ। ਇਸੇ ਕਰਕੇ ਜਿਹੜੀ ਮੀਟਿੰਗ ਹੈ ਉਹ ਵਾਰ-ਵਾਰ ਬੇਸਿੱਟਾ ਰਹਿ ਰਹੀ ਹੈ ਔਰ ਕੋਈ ਨਤੀਜਾ ਸਾਹਮਣੇ ਨਹੀਂ ਆ ਰਿਹਾ। ਪਰ ਕਿਸਾਨ ਜਿਹੜੇ ਨੇ ਉਹ ਇਸ ਕਰਕੇ ਮੀਟਿੰਗ 'ਚ ਜਾਂਦੇ ਨੇ ਕਿ ਇੱਕ ਤੇ ਉਹਨਾਂ ਤੇ ਇਹ ਇਲਜ਼ਾਮ ਨਾ ਲੱਗੇ ਕਿ ਉਹ ਮੀਟਿੰਗ ਤੋਂ ਭੱਜਦੇ ਨੇ, ਦੂਜਾ ਇਹ ਕਿ ਇਹ ਇਲਜ਼ਾਮ ਨਾ ਲੱਗੇ ਕਿ ਜੀ ਕਿਸਾਨ ਜਿਹੜੇ ਨੇ ਉਹ ਆਰਗੂਮੈਂਟਸ ਕਰਨ ਤੋਂ ਡਰਦੇ ਨੇ ਕਿ ਉਹਨਾਂ ਨੂੰ ਕਿਸੇ ਗੱਲ ਦੀ ਨੌਲੇਜ ਨਹੀਂ ਹੈ। ਉਹਨਾਂ ਨੂੰ ਸਾਰੀ ਨੌਲੇਜ ਹੈ, ਕਲੌਜ਼ ਟੂ ਕਲੌਜ਼ ਨੌਲੇਜ ਹੈ ਔਰ ਹਰ ਚੀਜ਼ ਜਿਹੜੀ ਉਹ ਤਫਸੀਲ ਨਾਲ ਪੜ੍ਹੇ ਹੋਏ ਨੇ, ਹਰ ਚੀਜ਼ ਦੱਸਦੇ ਨੇ। ਹਾਲਾਂਕਿ ਦੂਸਰੇ ਪਾਸੇ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਜਦੋਂ, ਤਾਂ ਫਿਰ ਇਸੇ ਕਰਕੇ ਹੀ ਸੁਪਰੀਮ ਕੋਰਟ ਵਾਲੀਆਂ ਹਰਕਤਾਂ ਜਾਂ ਹੋਰ ਕਈ ਜਿਹੜੇ ਨੈਰੇਟਿਵ ਹੈ ਉਹ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਰ-ਵਾਰ। ਬਿਲਕੁਲ ਉਸ ਦੇ ਬਾਰੇ ਵੀ ਗੱਲ ਕਰਾਂਗੇ ਕਿ ਕੀ ਹੁਣ ਨਵੇਂ ਨੈਰੇਟਿਵ ਜਿਹੜੇ ਉਹ ਇਸਤੇਮਾਲ ਕੀਤੇ ਜਾ ਰਹੇ ਨੇ। ਸੋ ਇਹ ਜਿਹੜਾ ਕੁੱਲ ਲਬੋ-ਲਬਾਬ ਇਹ ਰਿਹਾ ਮੀਟਿੰਗ ਜਿਹੜੀ ਹੈ ਉਸਦੇ ਥੋੜੇ ਲਫ਼ਜ਼ਾਂ ਦੇ ਵਿੱਚ ਤਾਂ ਇਹੀ ਕਿਹਾ ਜਾਂਦਾ ਹੈ ਬੇਸਿੱਟਾ ਹੈ। ਪਰ ਵਾਰ-ਵਾਰ ਇਹ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਇਹ ਵੀ ਸੁਣਿਆ ਜਾਂਦਾ ਹੈ ਕਿ ਸਰਕਾਰ ਜਿਹੜੀ ਹੈ ਕਿਤੇ ਇੱਕ ਪਾਸੇ ਉਲਝਾ ਕੇ ਸੁਪਰੀਮ ਕੋਰਟ ਵੱਲ, ਹਾਲਾਂਕਿ ਕਿਸਾਨ ਸਾਫ਼ ਕਰ ਚੁੱਕੇ ਨੇ ਇਸ ਗੱਲ ਨੂੰ ਕਿ ਉਹ ਸੁਪਰੀਮ ਕੋਰਟ ਦੀ ਕਮੇਟੀ ਕੋਲ ਨਹੀਂ ਜਾਣਗੇ। ਦੂਜੇ ਪਾਸੇ ਡਿਸਕ੍ਰੈਡਿਟ ਤਾਂ ਹੋ ਚੁੱਕੀ ਹੈ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਜਿਹੜੀ ਉਹ ਡਿਸਕ੍ਰੈਡਿਟ ਹੋ ਚੁੱਕੀ ਹੈ। ਦੂਜੇ ਪਾਸੇ ਇਹ ਟਾਈਮ ਕਿਲ ਕੀਤਾ ਜਾ ਰਿਹਾ ਹੈ, ਸਮਾਂ ਜਿਹੜਾ ਬਤਾਇਆ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨਾਂ ਨੂੰ ਉਲਝਾ ਕੇ ਰੱਖਿਆ ਜਾ ਰਿਹਾ ਹੈ ਕਿ ਮੀਟਿੰਗ ਤੇ ਸੱਦ ਲਓ, ਇੱਕ ਪੂਰੇ ਦਿਨ ਦੀ ਐਕਸਰਸਾਈਜ਼ ਹੈ ਉਹ ਕਰ ਲਓ, ਕਰਕੇ ਫਿਰ ਗੱਲ ਤਾਂ ਉੱਥੇ ਹੀ ਰਹਿਣੀ ਹੈ, ਗੱਲ ਤਾਂ ਅੜੀ ਰਹਿਣੀ ਹੈ। ਇਸ ਕਰਕੇ ਕਿਸਾਨਾਂ ਨੂੰ ਉਲਝਾ ਕੇ ਰੱਖੋ, ਥਕਾਓ ਉਹਨਾਂ ਨੂੰ ਜੇ ਇੱਧਰ ਨਹੀਂ ਆਉਂਦੇ ਤੇ ਸੁਪਰੀਮ ਕੋਰਟ ਪਾਸੇ ਵੱਲ ਵੀ ਨਹੀਂ ਆਉਂਦੇ ਤੇ ਉਸ ਪਾਸੇ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰੋ। ਇਹ तमाम ਹੱਥ ਕੰਡੇ ਜਿਹੜੇ ਨੇ ਉਹ ਸਰਕਾਰ ਵੱਲੋਂ ਅਪਣਾਏ ਜਾ ਰਹੇ ਨੇ। ਹੁਣ ਤਾਂ ਸੁਪਰੀਮ ਕੋਰਟ ਦੇ ਅੱਗੇ ਵੀ ਤਾਂ ਇੱਕ ਸਿਚੁਏਸ਼ਨ ਇਦਾਂ ਦੀ ਕ੍ਰੀਏਟ ਹੋ ਗਈ ਹੈ ਨਾ ਕਿ ਜੇ ਭੁਪਿੰਦਰ ਸਿੰਘ ਮਾਨ ਹੈ, ਜੇ ਉਹਨਾਂ ਨੇ ਪੈਰ ਪਿੱਛੇ ਖਿੱਚ ਲਿਆ, ਉਹਨਾਂ ਨੇ ਕਹਿ ਦਿੱਤਾ ਵੀ ਮੈਂ ਕਮੇਟੀ ਦਾ ਹਿੱਸਾ ਨਹੀਂ ਆ, ਤੇ ਹੁਣ ਅਜਿਹੇ ਦੇ ਵਿੱਚ ਪਿੱਛੇ ਰਹਿ ਗਏ 3 ਮੈਂਬਰ ਜਿਨ੍ਹਾਂ ਦੀ ਕਮੇਟੀ ਬਣਾਈ ਗਈ, ਯਾਨੀ 4 ਮੈਂਬਰੀ ਕਮੇਟੀ ਸੀਗੀ ਤੇ ਪਰ ਹੁਣ 3 ਰਹਿ ਗਏ ਨੇ, ਭੁਪਿੰਦਰ ਮਾਨ ਹਟ ਚੁੱਕੇ ਨੇ ਵਿੱਚੋਂ। ਤੇ ਹੁਣ ਕੀ ਉਹ ਤਿੰਨੋਂ ਜਿਹੜੇ ਮੈਂਬਰ ਬਾਕੀ ਕਮੇਟੀ ਦੇ ਬਚੇ ਹੋਏ ਨੇ, ਕੀ ਉਹ ਰਿਪੋਰਟ ਤਿਆਰ ਕਰਨਗੇ ਕਿ ਕਿਸਾਨਾਂ ਦੇ ਨਾਲ ਉਹ ਗੱਲਬਾਤ ਕਰਨਗੇ ਜਿਹੜੀ ਕਿ ਸੁਪਰੀਮ ਕੋਰਟ ਦੇ ਸਾਹਮਣੇ ਉਹਨਾਂ ਨੇ ਰਿਪੋਰਟ ਪੇਸ਼ ਕਰਨੀ ਹੈ? ਕੀ ਅੱਗੇ ਕੀ ਚੱਲ ਰਿਹਾ ਹੁਣ? ਦੇਖੋ, ਕਿਸਾਨ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰ ਰਹੇ ਕਿ ਹੁਣ ਅੱਜ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀਗਾ ਕਿ ਉਹਨਾਂ ਨੇ ਭੁਪਿੰਦਰ ਸਿੰਘ ਮਾਨ ਨਾਲ ਗੱਲ ਕੀਤੀ ਹੈ ਕਿ ਉਹ ਆਪਣਾ ਨਾਮ ਵਾਪਸ ਲੈ ਲੈਣ। ਔਰ ਇਸ ਗੱਲ ਤੇ ਅਕਾਲੀ ਦਲ ਵੀ ਸਿਆਸਤ ਕਰਦਾ ਨਜ਼ਰ ਆਇਆ, ਕਾਂਗਰਸ ਵੀ ਸਿਆਸਤ ਕਰਦੀ ਨਜ਼ਰ ਆਈ। ਇਹ तमाम ਚੀਜ਼ਾਂ ਜਿਹੜੀਆਂ ਅੱਜ ਨਜ਼ਰ ਆਈਆਂ ਕਿਉਂਕਿ ਕਾਂਗਰਸਮੈਨ ਹੀ ਇਜ਼ ਅ ਕਾਂਗਰਸਮੈਨ। ਭੁਪਿੰਦਰ ਸਿੰਘ ਮਾਨ ਜਿਹੜਾ ਹੈ ਉਹ ਉਹਨਾਂ ਨੇ ਕੀ ਜਿਹੜੇ ਲਾਹੇ ਲਏ ਉਹ ਵੀ ਸਾਰੀਆਂ ਗੱਲਾਂ ਸਾਰਿਆਂ ਨੂੰ ਪਤਾ ਹੈ। ਤੇ ਉਸ ਤੋਂ ਬਾਅਦ ਜਿਹੜੀ ਕਿਉਂਕਿ ਕਿਸਾਨ ਜਿਹੜੇ ਨੇ ਉਹ ਬਿਲਕੁਲ ਸਾਫ਼ ਕਰ ਚੁੱਕੇ ਸੀ ਪਹਿਲਾਂ ਹੀ ਕਿ ਇਹ ਜਿਹੜੀ ਕਮੇਟੀ ਜਿਹੜੀ ਮਰਜ਼ੀ ਫਾਰਮ ਕਰੀ ਜਾਣ, ਉਸ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਇਸ ਕਮੇਟੀ ਅੱਗੇ ਅਸੀਂ ਨਹੀਂ ਪੇਸ਼ ਹੋਣਾ, ਨਾ ਅਸੀਂ ਕੋਈ ਇਹਨਾਂ ਨਾਲ ਗੱਲ ਕਰਨੀ ਹੈ। ਹੁਣ ਇੱਕ ਮੈਂਬਰ ਦੇ ਵੀ ਜਿਹੜਾ ਕਿ ਪੰਜਾਬ ਨਾਲ ਰਿਲੇਟਡ ਮੈਂਬਰ ਸੀਗਾ, ਜਿਹੜਾ ਉਹ ਖੇਤੀਬਾੜੀ ਮਾਹਰ, ਜਿਹੜਾ ਕਿ ਪੰਜਾਬ ਦੀ ਇੱਕ ਬਹੁਤ ਵੱਡੀ ਸੰਸਥਾ ਜਿਹੜੀ ਕਿ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਜਿਹੜੀ ਹੈ, ਉਹਦਾ ਇੱਕ ਬਹੁਤ ਅਹਿਮ ਜਿਹੜਾ ਰਿਹਾ ਸੀਗਾ, ਜਿਸ ਨੂੰ ਬਾਅਦ ਦੇ ਵਿੱਚ ਇਸ ਇਨਸੀਡੈਂਟ ਤੋਂ ਬਾਅਦ ਪਾਰਟੀ ਚੋਂ ਆਪਣੇ ਜਥੇਬੰਦੀ ਚੋਂ ਵੀ ਬਾਹਰ ਕੱਢ ਦਿੱਤਾ ਗਿਆ। ਉਹਦੇ ਆਪਣੀ ਜਿਹੜੀ ਆ ਵਾਪਸ ਲੈਣ ਦੇ ਨਾਲ ਕਿ ਉਹ ਹੁਣ ਮੈਂਬਰ ਨਹੀਂ ਹੈ ਉਸ ਕਮੇਟੀ ਦਾ, ਉਸ ਦੇ ਨਾਲ ਜਿੱਥੇ ਡਿਸਕ੍ਰੈਡਿਟ ਹੋਈ ਉੱਥੇ ਬਾਕੀ ਜਿਹੜੇ ਮੈਂਬਰ ਹਨ ਉਹਨਾਂ ਬਾਰੇ ਵੀ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਉਹ ਮੈਂਬਰ ਕੌਣ ਨੇ, ਉਹ ਪਹਿਲਾਂ ਕੀ ਲਿਖਦੇ ਰਹੇ ਨੇ, ਉਹਨਾਂ ਦੀਆਂ ਲਿਖਤਾਂ ਕੀ ਨੇ, ਉਹ ਪੂਰੀ ਤਰ੍ਹਾਂ ਨਾਲ ਸਮਰਥਨ ਦੇ ਵਿੱਚ ਹਨ। ਔਰ ਇਸੇ ਕਰਕੇ ਨਾ ਸਿਰਫ ਕਿਸਾਨਾਂ ਵੱਲੋਂ ਬਲਕਿ ਆਮ ਜਨਤਾ ਵੱਲੋਂ ਵੀ ਇਸ ਕਮੇਟੀ ਨੂੰ ਨਕਾਰਿਆ ਗਿਆ ਹੈ ਜਿਸ ਢੰਗ ਦੀ ਕਮੇਟੀ ਬਣਾਈ ਗਈ ਹੈ। ਜੀ ਬਿਲਕੁਲ। ਹੁਣ ਅੱਜ ਦੀ ਜਿਹੜੀ ਮੀਟਿੰਗ ਹੋਈ, ਅੱਜ ਦੀ ਮੀਟਿੰਗ ਦੇ ਵਿੱਚ ਵਾਰ-ਵਾਰ ਇੱਕੋ ਗੱਲ ਜਿਹੜੀ ਕਹੀ ਜਾ ਰਹੀ ਸੀ ਸਰਕਾਰ ਵੱਲੋਂ, ਪਿਊਸ਼ ਗੋਇਲ ਵੱਲੋਂ, ਨਰਿੰਦਰ ਤੋਮਰ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਸੀ ਵਾਰ-ਵਾਰ ਕਿ ਛੋਟੀ ਕਮੇਟੀ ਬਣਾਓ, ਛੋਟੀ ਕਮੇਟੀ ਨਾਲ ਅਸੀਂ ਗੱਲ ਕਰਾਂਗੇ
ਔਰ ਉਸਦੇ ਜੋ ਉੱਤੇ ਮਿੰਟਸ ਵੀ ਭਾਵੇਂ ਨਾ ਰਿਕਾਰਡ ਕੀਤੇ ਜਾਣ, ਜਿਹੜੀ ਗੱਲ ਨਿਕਲੇਗੀ ਉਹ ਮਿੰਟਸ ਰਿਕਾਰਡ ਕਰਕੇ ਉਹ ਫਿਰ ਅੱਗੇ ਅਸੀਂ ਵੱਡੀ ਕਮੇਟੀ ਕੋਲ ਪਹੁੰਚਾਵਾਂਗੇ। ਪਰ ਕਿਸਾਨਾਂ ਨੇ ਉਸ ਗੱਲ ਨੂੰ ਵੀ ਸਾਫ਼ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵੱਡੀ ਕਮੇਟੀ ਜਿਹੜੀ 40 ਮੈਂਬਰਾਂ ਦੀ ਕਮੇਟੀ ਹੈ, ਇਹ ਕਮੇਟੀ 500 ਜਥੇਬੰਦੀਆਂ ਤੋਂ ਬਣੀ ਹੈ। ਸੋ ਉਹਦਾ ਇੱਕ ਨਿਚੋੜ ਹੈ, ਜਦਕਿ ਉਹ 'ਚ ਗੱਲਬਾਤ ਕਰਨ ਵਾਲੇ ਵੀ 5-7 ਬੰਦੇ ਨੇ, ਤਾਂ ਫਿਰ ਤੁਹਾਨੂੰ ਇਸ ਤੋਂ ਇਤਰਾਜ਼ ਕੀ ਹੈ? ਜੀ, ਜ਼ਾਹਿਰ ਤੌਰ ਤੇ ਸਰਕਾਰ ਦੀ ਮਨਸ਼ਾ ਇੱਥੇ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹਦੇ ਵਿੱਚ ਜਿਹੜੀ ਕੋਟ ਨਜ਼ਰ ਆਉਂਦੀ ਹੈ ਕਿ ਕਿਤੇ ਨਾ ਕਿਤੇ ਫਾੜ ਪਾਉਣਾ ਚਾਹੁੰਦੇ ਨੇ। ਦੇਖੋ, ਛੋਟੀ ਜੀ ਗੱਲ ਹੈ ਕਿ ਕਿਤੇ ਵੀ ਕੋਈ ਫੈਸਲਾ ਹੁੰਦਾ ਹੈ ਔਰ ਜਦੋਂ 10 ਬੰਦੇ ਜਾਂਦੇ ਹਨ ਤੇ ਕਿਸੇ ਫੈਸਲੇ ਵਾਸਤੇ ਪਹੁੰਚਦੇ ਨੇ ਤੇ ਉਹਨਾਂ 'ਚ ਜਿਹੜੇ 2 ਬੰਦੇ ਅੰਦਰ ਅਫਸਰਾਂ ਨਾਲ ਗੱਲ ਕਰਨ ਚੱਲ ਜਾਂਦੇ ਨੇ ਤੇ ਬਾਹਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਲੋਕ ਕਿ ਲਓ ਜੀ ਇਹ ਤਾਂ ਵੇਖ ਗਏ ਤੇ ਏਦਾਂ ਹੋ ਗਿਆ ਜੀ, ਇਹ ਹੋ ਗਿਆ। ਸੋ ਇਹ ਜਿਹੜੀ ਇੱਕ ਸੁਰਤਾ ਬਣੀ ਹੋਈ ਹੈ, ਕਿਤੇ ਨਾ ਕਿਤੇ ਉਸ ਨੂੰ ਤੋੜਨ ਦੀ ਮਨਸ਼ਾ ਨਾਲ ਸਰਕਾਰ ਇਹ ਜਿਹੜੇ ਵਾਰ-ਵਾਰ ਇਹ ਗੱਲ ਕਹਿ ਰਹੀ ਹੈ, ਜਦਕਿ ਗੱਲਬਾਤ ਤਾਂ ਬੜੇ ਸੱਜੇ ਢੰਗ ਨਾਲ ਚੱਲਦੀ ਹੈ। ਕਿਸਾਨ ਜਿਹੜੇ ਇੰਨੇ ਸਹਿਰਤਾ ਨਾਲ, ਇੰਨੀ ਸ਼ਾਂਤੀ ਨਾਲ ਪੂਰਾ ਅੰਦੋਲਨ ਚਲਾ ਰਹੇ ਨੇ, ਤਾਂ ਕਿਤੇ ਇਹੋ ਜਿਹੀ ਕੋਈ ਸਮੱਸਿਆ ਨਹੀਂ ਹੈ। ਪਰ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ, ਜਿਹੜਾ ਵਾਰ-ਵਾਰ ਇਹ ਕਹੀ ਜਾ ਰਹੀ ਹੈ ਕਿ ਛੋਟੀ ਕਮੇਟੀ ਬਣਾਓ, ਛੋਟੀ ਕਮੇਟੀ ਬਣਾਓ। ਇਹ ਬਹੁਤ ਵਾਰ ਗੱਲ ਹੋਈ ਅੱਜ ਦੀ ਮੀਟਿੰਗ ਦੇ ਵਿੱਚ ਪੂਰਾ ਜ਼ੋਰ ਲਾਇਆ ਸਰਕਾਰ ਨੇ ਕਿ ਛੋਟੀ ਕਮੇਟੀ ਬਣਾ ਕੇ ਉਹਦੇ ਨਾਲ ਗੱਲਬਾਤ ਕੀਤੀ ਜਾਏ, ਪਰ ਕਿਸਾਨਾਂ ਨੇ ਵਾਰ-ਵਾਰ ਇਸ ਨੂੰ ਸਿਰੇ ਤੋਂ ਨਕਾਰਿਆ। ਜੀ ਰਾਜੇਸ਼ ਜੀ, ਕੁਝ ਗੋਦੀ ਮੀਡੀਆ ਦੇ ਚੈਨਲਸ ਦੇ ਉੱਤੇ ਜਦੋਂ ਰਿਪੋਰਟ ਨਸ਼ਰ ਕੀਤੀ ਗਈ ਕਿ ਜਿਹੜੀ 26 ਜਨਵਰੀ ਨੂੰ ਕਿਸਾਨਾਂ ਦੇ ਵੱਲੋਂ ਜਿਹੜਾ ਮਾਰਚ ਕੱਢਿਆ ਜਾਣਾ, ਜਿਸ ਦੀ ਇੰਨੇ ਵੱਡੇ ਪੱਧਰ ਦੇ ਉੱਤੇ ਤਿਆਰੀ ਕੀਤੀ ਜਾ ਰਹੀ ਹੈ, ਪਤਾ ਨਹੀਂ ਕਿੱਥੋਂ ਟਰੈਕਟਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਔਰ ਕਿੰਨੀ ਤਿਆਰੀ ਕੀਤੀ ਜਾ ਰਹੀ ਹੈ, ਅਸੀਂ ਲਗਾਤਾਰ ਸਾਰੇ ਦੇਖ ਹੀ ਰਹੇ ਹਾਂ। ਔਰ ਜਿਹੇ 'ਚ ਗੋਦੀ ਮੀਡੀਆ ਦੇ ਕਿਸੇ ਚੈਨਲ ਦੇ ਉੱਤੇ ਖਬਰ ਚੱਲ ਜਾਣਾ ਕਿ ਜਿਹੜੀ 26 ਜਨਵਰੀ ਦੀ ਜਿਹੜੀ ਪਰੇਡ ਹੈ, ਕਿਸਾਨਾਂ ਨੇ ਜਿਹੜਾ ਮਾਰਚ ਕੱਢਣਾ ਸੀਗਾ, ਉਹ ਕੈਂਸਲ ਹੋ ਗਿਆ, ਉਹ ਰੱਦ ਹੋ ਗਿਆ। ਤੇ ਹਾਲਾਂਕਿ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਹਰ ਆਉਂਦੇ ਹੀ ਇਸ ਚੀਜ਼ ਨੂੰ ਕਲੀਅਰ ਕਰ ਦਿੱਤਾ ਕਿ ਇਹ ਜਿਹੜੀਆਂ ਅਫਵਾਹਾਂ ਹੈ, ਸਿਰਫ ਕਿਸੇ ਤਰੀਕੇ ਨਾਲ ਵੀ ਇਸ ਅੰਦੋਲਨ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਨੇ। ਉਹਨਾਂ ਨੇ ਫਿਰ ਤੋਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਹੀ ਨਾਰਾ ਦਿੱਤਾ ਔਰ ਇਹੀ ਕਾਲ ਕੀਤੀ ਹੈ ਕਿ ਜੇ ਇਹ ਪਰੇਡ ਹੋਏਗੀ, ਇਹ ਮਾਰਚ ਹੋਏਗਾ, ਇਹਦੀ ਤਿਆਰੀ ਚੱਲ ਰਹੀ ਹੈ, ਸੋ ਤੁਸੀਂ ਇਹਨਾਂ ਦੇ ਗੱਲਾਂ 'ਚ ਨਾ ਆਇਓ। ਸੋ ਅਜਿਹੇ ਹੱਥਕੰਡੇ ਜਿਹੜੇ ਨੇ ਉਹ ਅਜੇ ਵੀ ਅਪਣਾਏ ਜਾ ਰਹੇ ਨੇ, ਕਿਉਂਕਿ 26 ਜਨਵਰੀ ਦੀ ਪਰੇਡ ਦੇ ਉੱਤੇ ਨੋ ਡਾਊਟ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕਿ ਉਸ ਦੇ ਵਿੱਚ ਕੀ ਹੋਏਗਾ। ਦੇਖੋ, ਜਦੋਂ ਬਲਬੀਰ ਸਿੰਘ ਰਾਜੇਵਾਲ ਜੀ ਨੇ ਜਦੋਂ ਇੱਕ ਖੁੱਲਾ ਪੱਤਰ ਲਿਖਿਆ ਕਿਸਾਨਾਂ ਵਾਸਤੇ, ਉਹਦੇ ਵਿੱਚ ਉਹਨਾਂ ਨੇ ਕੁਝ ਸ਼ੰਕੇ ਜ਼ਾਹਿਰ ਕੀਤੇ ਕਿ ਕਈ ਅਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਨਾਲ ਕਿ ਸ਼ਾਂਤੀ ਭੰਗ ਹੋਣ ਦਾ ਅੰਦੇਸ਼ਾ ਹੈ। 26 ਜਨਵਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਕਈਆਂ ਦੇ ਵਿੱਚ, ਕਿਉਂਕਿ ਹਰ ਤਰ੍ਹਾਂ ਦੇ ਅੰਸਰ ਜਿਹੜੇ ਅੰਦੋਲਨ ਦੇ ਦੌਰਾਨ ਮੌਜੂਦ ਹੁੰਦੇ ਨੇ ਔਰ ਹਰ ਇੱਕ ਤੇ ਕੰਟਰੋਲ ਕਰਨਾ, ਹਰ ਇੱਕ ਨੂੰ ਚੈੱਕ ਕਰਨਾ ਔਖਾ ਹੁੰਦਾ ਹੈ। ਅਜਿਹੇ ਕੁਝ ਬਿਆਨ ਸਾਹਮਣੇ ਆ ਗਏ ਜਾਂ ਅਜਿਹੀਆਂ ਗੱਲਾਂ ਸਾਹਮਣੇ ਆਉਣ ਲੱਗ ਪਈਆਂ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਜਾਂ ਕੁਝ ਗੋਦੀ ਮੀਡੀਆ ਤੇ ਅਜਿਹੀਆਂ ਚੀਜ਼ਾਂ ਆਉਣ ਲੱਗ ਪਈਆਂ ਕਿ ਜਿਸ ਦੇ ਵਿੱਚ ਇਹ ਕਿਹਾ ਜਾਣ ਲੱਗਾ ਜੀ ਇਹ ਲਓ ਜੀ ਹੁਣ 26 ਜਨਵਰੀ ਨੂੰ ਤਾਂ ਆਪਾਂ ਦਿੱਲੀ ਫਤਿਹ ਕਰ ਲੈਣੀ, 26 ਜਨਵਰੀ ਨੂੰ ਤਾਂ ਜੀ ਝੰਡਾ ਲਹਿਰਾ ਦੇਣਾ ਲਾਲ ਕਿਲੇ ਤੇ, 26 ਜਨਵਰੀ ਨੂੰ ਇਹ ਕਰ ਲੈਣਾ, 26 ਜਨਵਰੀ ਨੂੰ ਉਹ ਕਰ ਲੈਣਾ। ਇਹ ਗੱਲਾਂ ਤੋਂ ਜਿਹੜੀ ਸਮਸਤ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਆਗੂ ਜਥੇਬੰਦੀਆਂ, ਉਹ ਉਹਨਾਂ ਦੇ ਜਿਹੜੇ ਆਗੂ ਨੇ ਉਹ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਸਨ ਇਸ ਗੱਲ ਨੂੰ ਲੈ ਕੇ। ਤਾਂ ਬਲਬੀਰ ਸਿੰਘ ਰਾਜੇਵਾਲ ਨੇ ਇਸ ਗੱਲ ਨੂੰ ਲੈ ਕੇ ਸੰਬੋਧਨ ਵੀ ਕੀਤਾ, ਕਿਸਾਨਾਂ ਨੂੰ ਖੁੱਲਾ ਪੱਤਰ ਵੀ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਕਿ ਇਹ ਅਜਿਹੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਸ ਅੰਦੋਲਨ ਦੀ ਜੇ ਕੋਈ ਤਾਕਤ ਹੈ ਤਾਂ ਉਹ ਤਾਕਤ ਇਹੀ ਹੈ ਕਿ ਹੁਣ ਤੱਕ ਇਹ ਸ਼ਾਂਤਮਈ ਢੰਗ ਨਾਲ ਇਹ ਅੰਦੋਲਨ ਚੱਲ ਰਿਹਾ ਤੇ ਉਸਦੀ ਸ਼ਾਂਤੀ ਬਣਾਏ ਰੱਖਣ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਭੜਕਾਊ ਬਿਆਨ ਨਾ ਦਿੱਤੇ ਜਾਣ। ਦੱਸਿਆ ਜਾ ਰਿਹਾ ਸੀ ਕਿ ਅਜਿਹੇ ਟਰੈਕਟਰ ਤਿਆਰ ਕੀਤੇ ਜਾ ਰਹੇ ਨੇ ਜਿਹੜੇ ਟਰੈਕਟਰ ਨੂੰ ਟੈਂਕ ਦਾ ਰੂਪ ਦਿੱਤਾ ਜਾ ਰਿਹਾ, ਔਰ ਟਰੈਕਟਰ ਜਿਹੜੇ ਨੇ ਉਹ ਸਭ ਕੁਝ ਉਡਾ ਦੇਣਗੇ, ਸਭ ਕੁਝ। ਅਜਿਹੀਆਂ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਸਨ, ਜਿਸ ਤੋਂ ਬਲਬੀਰ ਸਿੰਘ ਰਾਜੇਵਾਲ ਜਿਹੜੇ ਕਿ ਬਹੁਤ, ਮੈਂ ਉਹਨਾਂ ਨੂੰ ਸਮਝਦਾ ਕਿ ਬਹੁਤ ਸੂਝਵਾਨ ਲੀਡਰ ਨੇ, ਔਰ ਉਹਨਾਂ ਨੇ ਜਿਹੜੇ ਇਹ ਬਿਆਨ ਦਿੱਤੇ ਔਰ ਇਹੀ ਗੱਲ ਸੀ ਕਿ ਜਿਹੜਾ ਇਸ ਲੈਵਲ ਤੇ, ਇਸ ਪੱਧਰ ਤੇ ਜਿਹੜਾ ਅੰਦੋਲਨ ਪਹੁੰਚਿਆ ਹੈ, ਉਸ ਨੂੰ ਕਿਤੇ ਕੋਈ ਢਾਹ ਨਾ ਲੱਗੇ ਇਸ ਗੱਲ ਨੂੰ ਲੈ ਕੇ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਐਡਾ ਵੱਡਾ ਇਕੱਠ ਹੋਣਾ ਹੈ, ਜੋ 26 ਜਨਵਰੀ ਦਾ ਬਹੁਤ ਵੱਡਾ ਦਿਹਾੜਾ ਹੈ, ਔਰ ਉਸਦੇ ਨਾਲ-ਨਾਲ ਜਿੱਥੇ ਬਹੁਤ ਵੱਡੀ ਤਾਦਾਦ 'ਚ ਲੋਕਾਂ ਨੇ ਟਰੈਕਟਰ ਲੈ ਕੇ ਆਉਣਾ ਹੈ, ਕਿਸਾਨਾਂ ਨੇ ਵੱਖ-ਵੱਖ ਪਿੰਡਾਂ ਤੋਂ, ਵੱਖ-ਵੱਖ ਪ੍ਰਦੇਸ਼ਾਂ ਤੋਂ ਟਰੈਕਟਰ ਲੈ ਕੇ ਆਉਣਾ ਹੈ, ਤੇ ਕਿਸਾਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਸ ਨੂੰ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਾਉਣਾ। ਖਾਸ ਤੌਰ ਤੇ ਜਿਹੜੇ ਜਥੇਬੰਦੀਆਂ ਦੇ ਆਗੂ ਨੇ, ਜਿਹੜੇ ਪੰਜਾਬ ਦੇ 30-32 ਜਿਹੜੇ ਆਗੂ ਨੇ ਜਾਂ ਹੋਰ ਜਿਹੜੇ ਆਗੂ ਨੇ, ਜੇ 40 ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਕਿਸ ਢੰਗ ਨਾਲ ਉਸ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨਾ ਹੈ, ਜੋ ਕਿਹਾ ਹੈ ਉਹ ਪੂਰਾ ਕਰਨਾ ਵੀ ਹੈ। ਉਹ ਤਮਾਮ ਚੀਜ਼ਾਂ ਜਦੋਂ ਚੱਲਦੀਆਂ ਥੋੜੀ ਦੇਰ ਲਈ ਰਾਜੇਸ਼ ਜੀ, ਮੈਂ ਉਹ ਪਹਿਲੇ ਸਵਾਲ ਦਾ ਜਵਾਬ ਦੇਣ ਲੱਗਾ। ਆਪਾਂ ਇੱਕ ਫੋਨ ਲੈਣਾ ਰਾਜੇਸ਼ ਜੀ,
ਆਪਣੇ ਨਾਲ ਜੀ ਬਿਲਕੁਲ ਆਪਣੇ ਨਾਲ ਹਰਸ਼ਰਨ ਕੌਰ ਜੀ ਜੁੜੇ ਨੇ ਔਰ ਉਹਨਾਂ ਨੇ ਹੁਣੇ ਇਮੀਡੀਏਟਲੀ ਆਪਾਂ ਨੇ ਨਾਲ ਜਿਹੜੀ ਹੈ ਗੱਲ ਕਰਨੀ ਹੈ ਔਰ ਆਪਾਂ ਇੱਕ ਉਹਨਾਂ ਕੋਲੋਂ ਖਬਰ ਲੈ ਲਈਏ। ਇਸ ਵੇਲੇ ਆਪਣੇ ਨਾਲ ਫੋਨ ਲਾਈਨ ਤੇ ਨੇ, ਉਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਜਾਰੀ ਰੱਖਾਂਗੇ। ਹਰਸ਼ਰਨ ਕੌਰ ਜੀ, ਇਸ ਵੇਲੇ ਤੁਸੀਂ ਲਾਈਵ ਦੇ ਵਿੱਚ ਹੋ ਜੀ, ਮਾਰਨਿੰਗ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਸ਼ਰਨ, ਤੁਸੀਂ ਲਗਾਤਾਰ ਦ ਖਾਲਸ ਟੀਵੀ ਦੇ ਵੱਲੋਂ ਉੱਥੇ ਕਵਰੇਜ ਕਰ ਹੀ ਰਹੇ ਹੋ। ਜਾਣਕਾਰੀ ਅਸੀਂ ਇਸ ਸੰਬੰਧੀ ਤਾਂ ਗੱਲਬਾਤ ਕੀਤੀ ਹੈ ਰਾਜੇਸ਼ ਗਿੱਲ ਦੇ ਨਾਲ ਕਿ ਕੀ ਰਿਹਾ ਅੱਜ ਦੀ ਖਬਰ ਜਿਹੜੀ ਕੀ ਸੀ, ਬੇਸਿੱਟਾ ਮੀਟਿੰਗ ਰਹੀ, ਮੀਟਿੰਗ 'ਚ ਕੀ ਕੁਝ ਰਿਹਾ, ਕੁਝ ਉਹ ਗੱਲਾਂ ਖਾਸ ਜਿਹੜੀਆਂ ਮੀਟਿੰਗ ਤੋਂ ਬਾਅਦ ਤੁਸੀਂ ਦੇਖੀਆਂ, ਤੁਸੀਂ ਸੁਣੀਆਂ, ਕੁਝ ਉਹ ਪਲੀਜ਼ ਬਿਆਨ ਕਰੋ। ਜੀ ਸ਼ੈਰੀ, ਸਤਿ ਸ਼੍ਰੀ ਅਕਾਲ। ਪਹਿਲਾਂ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਦਿਨ ਚੜ੍ਹਨ ਲੱਗਾ ਤੇ ਸਾਡੇ ਤਾਂ ਇੱਥੇ ਪੂਰੀ ਰਾਤ ਹੋ ਚੁੱਕੀ ਹੈ, ਬਹੁਤ ਧੁੰਦ ਪੈ ਰਹੀ ਹੈ, ਮੌਸਮ ਬੜਾ ਖਰਾਬ ਹੈ। ਮੈਂ ਹੁਣੇ ਹੀ ਦਫ਼ਤਰ ਤੋਂ ਨਿਕਲੀ ਆ, ਸੋ ਅਪਡੇਟ ਮੈਂ ਜ਼ਰੂਰ ਇਹ ਦੇਵਾਂਗੀ ਕਿ ਜਿਵੇਂ ਮੀਟਿੰਗ ਹੋਈ ਹੈ, ਮੀਟਿੰਗ ਦੀ ਸਾਰੀ ਅਪਡੇਟ ਰਾਜੇਸ਼ ਜੀ ਨੇ ਦਿੱਤੀ ਹੈ। ਉਸ ਤੋਂ ਬਾਅਦ ਇੱਕ ਅਹਿਮ ਗੱਲ ਹੋਈ ਹੈ ਕਿ ਜਿਹੜੇ ਵੱਡੇ ਕਿਸਾਨ ਲੀਡਰ ਹੈ ਬਲਵੀਰ ਸਿੰਘ ਰਾਜੇਵਾਲ, ਉਹਨਾਂ ਨੇ ਇੱਕ ਜਿਹੜਾ ਬਿਆਨ ਦਿੱਤਾ ਹੈ ਮੀਡੀਆ ਦੀ ਪੇਸ਼ਕਾਰੀ ਨੂੰ ਲੈ ਕੇ, ਮੀਡੀਆ ਦੀਆਂ ਗਲਤ ਖਬਰਾਂ ਨੂੰ ਲੈ ਕੇ। ਇੱਕ ਟੀਵੀ ਚੈਨਲ ਦਾ ਉਹਨਾਂ ਨੇ ਨਾਮ ਲਿਆ ਹੈ ਜੀ, ਇੱਕ ਨਿੱਜੀ ਟੀਵੀ ਚੈਨਲ ਹੈ, ਬੜਾ ਫੇਮਸ ਟੀਵੀ ਚੈਨਲ ਹੈ ਪੰਜਾਬੀ ਦਾ, ਉਹਦੇ ਤੇ ਗੱਲ ਕੱਢੀ ਹੈ ਬਲਵੀਰ ਸਿੰਘ ਰਾਜੇਵਾਲ ਨੇ। ਉਹਨਾਂ ਨੇ ਕਿਹਾ ਕਿ ਇਸ ਚੈਨਲ ਨੇ ਪਿਛਲੇ 2 ਦਿਨਾਂ ਤੋਂ ਸਾਡੀਆਂ ਗਲਤ ਖਬਰਾਂ ਚਲਾਈਆਂ ਨੇ, ਅੱਜ ਵੀ ਚਲਾਈ ਤੇ ਕੱਲ ਵੀ ਚਲਾਈ, ਤੇ ਖਾਸ ਕਰਕੇ 26 ਜਨਵਰੀ ਦੀ ਜਿਹੜੀ ਪਰੇਡ ਹੋਣੀ ਹੈ, ਕਿਸਾਨ ਟਰੈਕਟਰ ਪਰੇਡ ਹੋਣੀ ਹੈ। ਦਰਅਸਲ ਕੱਲ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਇੱਕ ਖੁੱਲੀ ਚਿੱਠੀ ਲਿਖੀ ਸੀਗੀ। ਉਸ ਖੁੱਲੀ ਚਿੱਠੀ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਥੋੜਾ ਚੌਕਸ ਕੀਤਾ ਸੀ, ਕਿਹਾ ਸੀ ਕਿ 26 ਜਨਵਰੀ ਦੀ ਪਰੇਡ ਹੋਏਗੀ, ਬਾਰਡਰਾਂ ਤੋਂ ਅਸੀਂ ਕੂਚ ਕਰਾਂਗੇ। ਤਾਂ ਕੁਝ ਮੀਡੀਆ ਵਾਲਿਆਂ ਨੇ ਖਬਰ ਇਸ ਤਰੀਕੇ ਦੇ ਨਾਲ ਚਲਾਈ ਸੀ ਕਿ ਰਾਜੇਵਾਲ ਨੇ ਐਲਾਨ ਕੀਤਾ ਕਿ 26 ਜਨਵਰੀ ਦੀ ਪਰੇਡ ਹੈ ਜਿਹੜੀ ਉਹ ਦਿੱਲੀ ਦੇ ਬਾਰਡਰਾਂ ਤੇ ਹੋਏਗੀ, ਦਿੱਲੀ ਚ ਐਂਟਰ ਨਹੀਂ ਹੋਣਾ। ਸੋ ਇਹ ਖਬਰ ਹੈ ਜਿਹੜੀ ਉਸ ਟੀਵੀ ਨੇ ਵੀ ਚਲਾਈ ਸੀ, ਕੁਝ ਅਖਬਾਰਾਂ ਨੇ ਵੀ ਚਲਾਈ ਸੀ, ਤੇ ਅੱਜ ਫਿਰ ਉਸ ਟੀਵੀ ਨੇ ਖਬਰ ਚਲਾਈ ਕਿ ਕਿਸਾਨਾਂ ਦੀ ਜਿਹੜੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਨਹੀਂ ਹੋਵੇਗੀ। ਪਿੱਛੇ ਲਿਖਿਆ ਕਿਸਾਨ ਲੀਡਰਾਂ ਨੂੰ ਮੀਟਿੰਗ ਦੇ ਵਿੱਚ ਹੀ ਮਿਲਣੀਆਂ ਸ਼ੁਰੂ ਹੋ ਗਈਆਂ ਸੀ, ਕਿਉਂਕਿ ਖਬਰ ਤਾਂ ਪਹੁੰਚ ਹੀ ਜਾਂਦੀ ਹੈ ਵੀ ਕਿੱਥੇ ਕੀ ਚੱਲ ਰਿਹਾ ਹੈਗਾ। ਪਰ ਬਲਵੀਰ ਸਿੰਘ ਰਾਜੇਵਾਲ ਨੇ ਬਾਈ ਦਿੱਤੀ ਤੇ ਨਾਲ ਹੀ ਕਿਹਾ ਕਿ ਅੰਬਾਨੀਆਂ ਦਾ ਚੈਨਲ ਹੈਗਾ ਯਾਰ, ਅਸੀਂ ਇਹਨਾਂ ਨੂੰ ਚੇਤਾਵਨੀ ਹੈ ਜਿਹੜੀ ਉਹ ਦਿੰਦੇ ਆ ਕਿ ਸੁਧਰ ਜਾਣ, ਗਲਤ ਖਬਰਾਂ ਨਾ ਚਲਾਉਣ, ਸਾਡੇ ਸੰਘਰਸ਼ ਨੂੰ ਜਿਹੜਾ ਹੈ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਨੇ ਕਿਹਾ ਕਿ ਅਸੀਂ ਇਸ ਚੈਨਲ ਨੂੰ ਲੀਗਲ ਨੋਟਿਸ ਵੀ ਭੇਜਾਂਗੇ, ਇਹ ਰਾਜੇਵਾਲ ਨੇ ਸਾਫ਼ ਕੀਤਾ ਹੈਗਾ। ਤੇ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ 26 ਜਨਵਰੀ ਦੀ ਜਿਹੜੀ ਟਰੈਕਟਰ ਪਰੇਡ ਹੈ ਉਹ ਹਰ ਹਾਲਤ ਦੇ ਵਿੱਚ ਹੋਵੇਗੀ ਤੇ ਦਿੱਲੀ ਦੇ ਵਿੱਚ ਅਸੀਂ ਦਾਖਲ ਹੋਵਾਂਗੇ, ਪਰ ਜਿਹੜਾ ਫਾਈਨਲ ਪ੍ਰੋਗਰਾਮ ਹੈਗਾ ਉਹ ਅਸੀਂ ਉਲੀਕਾਂਗੇ 17 ਜਨਵਰੀ ਨੂੰ, ਤੇ 17 ਜਨਵਰੀ ਤੱਕ ਜਾਂ 18 ਜਨਵਰੀ ਤੱਕ ਅਸੀਂ ਸਾਰਾ ਦੱਸ ਦਿਆਂਗੇ। ਇਹ ਜਿਹੜੀ ਅਹਿਮ ਅਪਡੇਟ ਹੋਈ ਹੈ ਤੇ ਕਿਸਾਨ ਲੀਡਰਾਂ ਨੂੰ ਬੜਾ ਮਤਲਬ ਚਿੰਤਾ ਹੈਗੀ ਹੈ ਇਸ ਗੱਲ ਦੀ ਕਿ ਕੁਝ ਲੋਕ ਨੇ ਜਿਹੜੇ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਬਾਕੀ ਜਿਹੜੀ ਮੀਟਿੰਗ ਦੇ ਵਿੱਚ ਅਹਿਮ ਗੱਲ ਤਾਂ ਦੱਸ ਹੀ ਦਿੱਤਾ ਹੋਣਾ ਰਾਜੇਸ਼ ਜੀ ਨੇ ਕਿ ਕੁਝ ਵੀ ਨਹੀਂ ਨਿਕਲਿਆ, 100% ਬੇਸਿੱਟਾ ਰਹੀ ਹੈ। ਉਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਪ੍ਰੈਸ ਬਿਆਨ ਵੀ ਜਾਰੀ ਕੀਤਾ, ਸੰਯੁਕਤ ਕਿਸਾਨ ਮੋਰਚੇ ਨੇ, ਉਹਨਾਂ ਨੇ ਵੀ ਆਪਣੇ ਸੰਘਰਸ਼ ਨੂੰ ਲੈ ਕੇ ਵੀ ਸਾਰੀ ਅਪਡੇਟ ਦਿੱਤੀ ਹੈ ਕਿ ਕਿੱਥੇ ਕਿੱਥੇ ਕੀ ਕੁਝ ਹੋ ਰਿਹਾ। ਮਹਾਰਾਸ਼ਟਰ ਦੇ ਵਿੱਚ ਅੱਜ ਇੱਕ ਰੈਲੀ ਸ਼ੁਰੂ ਹੋਈ ਹੈ, ਯਾਤਰਾ ਸ਼ੁਰੂ ਹੋਈ ਹੈ। ਇਹ ਜਿਹੜੀ ਯਾਤਰਾ ਹੈਗੀ ਆ 21-22 ਦਿਨਾਂ ਤੱਕ ਦਿੱਲੀ ਪਹੁੰਚੇਗੀ। ਇਸ ਦੇ ਨਾਲ ਹੀ ਜਿਹੜੀਆਂ ਔਰਤਾਂ ਹੈਗੀਆਂ ਨੇ ਉਹਨਾਂ ਨੇ ਵੀ, ਮੈਨੂੰ ਹੁਣ ਇੱਕਦਮ ਨਾਮ ਭੁੱਲ ਗਿਆ ਕਿ ਕਿਹੜੇ ਸੂਬੇ ਤੋਂ ਯਾਤਰਾ ਸ਼ੁਰੂ ਕੀਤੀ ਹੈ, 800 ਤੋਂ 1000 ਔਰਤਾਂ ਨੇ ਯਾਤਰਾ ਸ਼ੁਰੂ ਕੀਤੀ ਹੈ। ਤੇ ਜਿਹੜੀਆਂ ਔਰਤਾਂ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕੁਝ ਬੇਹੂਦਾ ਕਿਸਮ ਦੀਆਂ, ਤੇ ਉਹਨਾਂ ਦਾ ਜਵਾਬ ਦੇਣ ਲਈ ਇਹ ਔਰਤਾਂ ਦਿੱਲੀ ਦੇ ਸਿੰਘੂ ਬਾਰਡਰ ਤੇ ਪਹੁੰਚਣਗੀਆਂ। ਇਹ ਵੀ 15-16 ਦਿਨਾਂ ਦੇ ਵਕਫੇ ਦੇ ਬਾਅਦ ਪਹੁੰਚਣਗੀਆਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਸ਼ਹਿਰੀ, ਉਹ ਅਹਿਮ ਨਿਕਲ ਕੇ ਆਈਆਂ ਨੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਦਾਅਵਾ ਕੀਤਾ ਹੈਗਾ ਕਿ ਅਸੀਂ ਸੁਲਝਾ ਲਾਂਗੇ ਮਸਲਾ। ਉਹਨਾਂ ਨੇ ਵੀ ਦੱਸਿਆ ਮੀਟਿੰਗ ਤੋਂ ਬਾਅਦ ਵੀ ਕੋਈ ਮਤਲਬ ਸਿੱਟਾ ਨਹੀਂ ਨਿਕਲਿਆ, ਅੱਜ ਦੀ ਮੀਟਿੰਗ ਬੇਸਿੱਟਾ ਨਹੀਂ, ਪਰ ਚੰਗੇ ਮਾਹੌਲ ਦੇ ਵਿੱਚ ਹੋਈ ਹੈ। ਕਹਿੰਦੇ ਅਸੀਂ ਕਿਸਾਨਾਂ ਨੂੰ ਕਿਹਾ ਕਿ 5 ਮੈਂਬਰੀ ਛੋਟੀ ਜਿਹੀ ਕਮੇਟੀ ਬਣਾ ਲਈਏ, ਪਰ ਕਿਸਾਨ ਮੰਨ ਨਹੀਂ ਰਹੇ ਹੈਗੇ। ਇੱਕ ਬੀਜੇਪੀ ਦੇ ਲੀਡਰ ਸੁਰਜੀਤ ਜਿਆਣੀ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਕਿਸਾਨ ਲੀਡਰਾਂ ਨੇ ਉਹਨਾਂ ਦਾ ਬਾਈਕਾਟ ਵੀ ਕਰਨ ਦਾ ਸੱਦਾ ਦਿੱਤਾ ਹੋਇਆ। ਸੋ ਉਹਨਾਂ ਨੇ ਵੀ ਬਿਆਨ ਦਿੱਤਾ ਹੈਗਾ, ਕਹਿੰਦੇ ਯੈਸ ਤੇ ਨੋ ਤੇ ਜੇ ਗੱਲ ਅੜ ਗਈ ਤਾਂ ਅੜੀ ਰਹੂਗੀ, ਇਹਦਾ ਕੋਈ ਅੰਤ ਨਹੀਂ ਹੋਣਾ ਤੇ ਕਿਸਾਨਾਂ ਨੂੰ ਸਮਝਣਾ ਚਾਹੀਦਾ। ਇੱਕ ਜਾਣੀ ਨੇ ਇੱਕ ਵੱਡੀ ਗੱਲ ਕੀਤੀ ਹੈ, ਕਹਿੰਦੇ ਵੀ ਸਰਕਾਰ ਦੀ ਮਜਬੂਰੀ ਹੈ, ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ, ਸਰਕਾਰ ਦੀ ਮਜਬੂਰੀ ਵੀ ਹੋ ਸਕਦੀ ਹੈ ਤੇ ਕਿਸਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਤੇ ਆਪਣੀ ਜ਼ਿੱਦ ਹੈ ਜਿਹੜੀ ਉਹ ਛੱਡ ਦੇਣੀ ਚਾਹੀਦੀ ਹੈ ਤੇ ਕਾਨੂੰਨਾਂ ਦੇ ਵਿੱਚ ਸੋਧ ਕਰਵਾ ਕੇ ਤੇ ਆਪਣਾ ਜਿਹੜਾ ਹੈਗਾ ਸੰਘਰਸ਼ ਉਹ ਵਾਪਸ ਲੈ ਲੈਣਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਅਪਡੇਟਸ ਨੇ ਸ਼ਹਿਰੀ ਅੱਜ ਦੀਆਂ
ਜੀ ਤੇ ਬਾਕੀ ਤੁਸੀਂ ਕੰਟੀਨਿਊ ਕਰੋ। ਬਿਲਕੁਲ ਜੀ। ਹਰਸ਼ਰਨ ਕੌਰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਜੀ ਧੰਨਵਾਦ ਸ਼ਰੀ ਜੀ ਬਿਲਕੁਲ ਰਾਜੇਸ਼ ਜੀ, ਮੀਟਿੰਗ ਦੀ ਗੱਲ ਜਿਹੜੀ ਹੈ ਹਰਸ਼ਰਨ ਕੌਰ ਤੋਂ ਵੀ ਆਪਾਂ ਸੁਣੀ ਲਈ ਹੈ। ਜ਼ਾਹਿਰ ਜੀ ਗੱਲ ਹੈ, ਉਹੀ ਗੱਲਾਂ ਬਿਆਨ ਬੇਸਿੱਟਾ ਸ਼ਬਦ ਜਿਹੜਾ ਅਸੀਂ ਜਿਹਦੇ ਤੇ ਗੱਲ ਕਰ ਹੀ ਰਹੇ ਹਾਂ, ਔਰ ਉਹੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ। ਸੋ ਆਪਣੀ ਜਿਹੜੀ ਤੁਸੀਂ ਗੱਲ ਇਸ ਫੋਨੋਂ ਤੋਂ ਪਹਿਲਾਂ ਕੰਟੀਨਿਊ ਕਰ ਰਹੇ ਸੀਗੇ, ਪਲੀਜ਼ ਤੁਸੀਂ ਉਹਨੂੰ ਉਹ ਇਹੀ ਗੱਲ ਕਰ ਰਹੇ ਸੀ ਜਿਹੜੀ ਇਹਨਾਂ ਨੇ ਇੱਕ ਹਰਸ਼ਰਨ ਨੇ ਗੱਲ ਕੀਤੀ ਹੈ ਕਿ ਜਿਹੜੀ ਇੱਕ ਚਰਚਾ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਜਿਹੜਾ ਇੱਕ ਆਪਸ ਦੇ ਵਿੱਚ ਚੱਲ ਰਹੀ ਸੀ ਗੱਲਬਾਤ, ਕਿਸਾਨਾਂ ਨਾਲ ਚੱਲ ਰਹੀ ਸੀ, ਖੁੱਲੀ ਚਿੱਠੀ ਲਿਖੀ ਗਈ ਸੀ, ਉਹਦੇ ਵਿੱਚ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ 26 ਤਰੀਕ ਦੀ ਜਿਹੜੀ ਕਿਸਾਨਾਂ ਦੀ ਪਰੇਡ ਹੈ, ਜਿਹੜੀ ਟਰੈਕਟਰ ਪਰੇਡ ਆ, ਉਸ ਨੂੰ ਡੀਰੇਲ ਕਰਨ ਵਾਸਤੇ ਇੱਕ ਅਫਵਾਹ ਫੈਲਾ ਦਿੱਤੀ ਗਈ। ਬਕਾਇਦਾ ਤੌਰ ਤੇ ਟਵੀਟ ਕੀਤਾ ਗਿਆ ਇੱਕ ਚੈਨਲ ਵੱਲੋਂ, ਔਰ ਇਹ ਕਿਹਾ ਗਿਆ ਕਿ ਜੀ ਸੂਤਰਾਂ ਦੇ ਹਵਾਲੇ ਨਾਲ ਖਬਰ, ਦੇਖੋ ਕਿੰਨੀ ਵੱਡੀ ਸਾਜ਼ਿਸ਼ ਹੈ, ਕਿਸੇ ਦਾ ਨਾਂ ਨਹੀਂ ਲਿਆ ਗਿਆ, ਸੂਤਰਾਂ ਦੇ ਹਵਾਲੇ ਨਾਲ ਖਬਰ ਦੇ ਕੇ ਕਿਹਾ ਗਿਆ ਕਿ ਇਹ ਜਿਹੜੀ ਉਸ ਦਿਨ ਦੀ ਜਿਹੜੀ ਟਰੈਕਟਰ ਪਰੇਡ ਆ ਉਹ ਕੈਂਸਲ ਕੀਤੀ ਗਈ ਹੈ, ਰੱਦ ਕੀਤੀ ਗਈ ਹੈ। ਇਹ ਇੱਕ ਬਹੁਤ ਵੱਡੀ ਖਬਰ ਸੀ, ਅੱਗੋਂ ਵਾਂਗੂ ਫੈਲ ਰਹੀ ਸੀ, ਔਰ ਕਿਤੇ ਨਾ ਕਿਤੇ ਖਾਸ ਤੌਰ ਤੇ ਰਾਜੇਵਾਲ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਆਮ ਲੋਕਾਂ ਵੱਲੋਂ ਇੱਕ ਖਬਰ ਦੇਖਣ ਤੋਂ ਬਾਅਦ, ਇੱਕ ਖਬਰ ਸੁਣਨ ਤੋਂ ਬਾਅਦ, ਕਿਉਂਕਿ ਕਾਫੀ ਮਕਬੂਲ ਚੈਨਲ ਹੈ ਔਰ ਇਸ ਕਰਕੇ ਇਹ ਖਬਰ ਅੱਗ ਦੀ ਵਾਂਗ ਫੈਲਦੀ ਸੀ। ਔਰ ਹੁਣ ਅੱਜ ਸਾਰੇ ਕਿਸਾਨਾਂ ਨੇ ਇਸ ਗੱਲ ਨੂੰ ਕਿਹਾ ਕਿ ਇਹ ਸਿਰਫ ਰਾਜੇਵਾਲ ਦਾ ਹੀ ਨਹੀਂ, ਸਾਰਿਆਂ ਦਾ ਇਕੱਠਾ ਡਿਸੀਜਨ ਹੈ ਕਿ 26 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਪ੍ਰੋਗਰਾਮ ਲਿਖੇ ਗਏ ਨੇ ਉਹ ਸਾਰੇ ਉਸੇ ਤਰੀਕੇ ਨਾਲ ਚੱਲਣਗੇ। ਪਰ ਇਸ ਦੀ ਰੂਪਰੇਖਾ ਕੀ ਹੋਏਗੀ? ਦੇਖੋ, ਇੱਕ ਪਟੀਸ਼ਨ ਵੀ ਦਿੱਲੀ ਪੁਲਿਸ ਨੇ ਫਾਈਲ ਕੀਤੀ ਹੋਈ ਹੈ ਹਾਈ ਕੋਰਟ ਦੇ ਵਿੱਚ ਕਿ ਇਸ ਟਰੈਕਟਰ ਪਰੇਡ ਨੂੰ ਰੋਕਿਆ ਜਾਏ, ਕਿਉਂਕਿ ਉਸ ਦਿਨ ਜਿਹੜੀ ਦੇਸ਼ ਦੀ ਇੱਕ ਗਰਿਮਾ ਦਾ ਸਵਾਲ ਹੁੰਦਾ ਹੈ, ਦੇਸ਼ ਦੀ ਇੱਕ ਸ਼ਾਨ ਦਾ ਸਵਾਲ ਹੁੰਦਾ ਹੈ ਕਿ ਉਸ ਦਿਨ ਜਿਹੜੀ ਪਰੇਡ ਹੁੰਦੀ ਹੈ ਉਹਨੂੰ ਕਿਸੇ ਤਰੀਕੇ ਨਾਲ ਡਿਸਟਰਬੈਂਸ ਨਾ ਆਏ, ਇਸ ਕਰਕੇ ਇਸ ਨੂੰ ਰੋਕਿਆ ਜਾਵੇ। ਉਹ ਪਟੀਸ਼ਨ ਦੀ ਸੁਣਵਾਈ ਜਿਹੜੀ 18 ਤਰੀਕ ਨੂੰ ਹੈ, ਇਸ ਕਰਕੇ ਅਸੀਂ ਸਿੱਧੇ ਤੌਰ ਤੇ ਉਮੀਦ ਕਰ ਸਕਦੇ ਹਾਂ ਕਿ ਜਿਹੜੀ ਕਿਸਾਨਾਂ ਵੱਲੋਂ ਰੂਪਰੇਖਾ ਆਏਗੀ ਉਹ 19 ਤਰੀਕ ਨੂੰ ਆਏਗੀ ਕਿ 19 ਤਰੀਕ ਨੂੰ ਉਹ ਕੀ ਵਿਚਾਰ ਕਰਦੇ ਨੇ, ਕਿਸ ਨਤੀਜੇ ਤੇ ਪਹੁੰਚਦੇ ਨੇ। ਤੇ ਜੇ ਸੁਪਰੀਮ ਕੋਰਟ ਬਿਲਕੁਲ ਰੋਕ ਲਾ ਦਿੰਦੀ ਹੈ ਤਾਂ ਉਸ ਦੇ ਬਾਅਦ ਕਿਸਾਨਾਂ ਦਾ ਕੀ ਰੱਦੇ ਅਮਲ ਹੋਏਗਾ। ਔਰ ਜ਼ਾਹਿਰ ਤੌਰ ਤੇ ਲੱਗਦਾ ਤਾਂ ਇਹੀ ਹੈ ਕਿ ਕਿਸਾਨ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਬਿਲਕੁਲ ਇਹਤਰਾਮ ਕਰਨਗੇ, ਕਿਉਂਕਿ ਜਿਹੜਾ 26 ਜਨਵਰੀ ਦਾ ਜਿਹੜਾ ਦਿਹਾੜਾ ਹੈ ਉਹ ਪੂਰੇ ਤਰ੍ਹਾਂ ਨਾਲ ਦੇਸ਼ ਨੂੰ ਸਮਰਪਿਤ ਹੁੰਦਾ ਹੈ, ਔਰ ਇਸ ਚੀਜ਼ ਨੂੰ ਉਹ ਵੀ ਜਾਣਦੇ ਨੇ, ਉਹ ਵੀ ਸੋਚਦੇ ਨੇ, ਸੁਣਦੇ ਨੇ। ਔਰ ਇਸ ਅੱਜ ਰਾਕੇਸ਼ ਟਕੈਤ ਜਿਹੜੇ ਬੜੇ ਵੱਡੇ ਲੀਡਰ ਨੇ ਕਿਸਾਨਾਂ ਦੇ, ਉਹਨਾਂ ਦਾ ਵੀ ਬਿਆਨ ਸੀ ਕਿ ਜੇ ਸੁਪਰੀਮ ਕੋਰਟ ਬਿਲਕੁਲ ਰੋਕ ਲਾ ਦਿੰਦੀ ਹੈ ਤਾਂ ਉਸ ਗੱਲ ਦਾ ਵੀ ਪੂਰਾ ਮਾਨ ਸੁਪਰੀਮ ਕੋਰਟ ਦਾ ਕੀਤਾ ਜਾਏਗਾ। ਬਿਲਕੁਲ, ਔਰ ਇਹ ਉਮੀਦ ਕੀਤੀ ਜਾ ਰਹੀ ਹੈ। ਪਰ ਇੱਕ ਬੜੀ ਵੱਡੀ ਸਾਜ਼ਿਸ਼ ਕਿਸਾਨਾਂ ਨੇ ਦੱਸਿਆ ਹੈ ਇਸ ਨੂੰ ਕਿ ਜਿਹੜੇ ਕਿਉਂਕਿ ਚੈਨਲ ਵੀ ਅੰਬਾਨੀ ਅਡਾਨੀ ਦਾ ਮੰਨਿਆ ਜਾ ਰਿਹਾ, ਇਸ ਕਰਕੇ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਬੜੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਸਾਜ਼ਿਸ਼ਾਂ ਜਿਹੜੀਆਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਪੰਜ ਪਾਸਿਓਂ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਨਾਲ 26 ਜਨਵਰੀ ਦਾ ਖਾਸ ਤੌਰ ਤੇ, ਕਿਉਂਕਿ ਉਸ ਨੂੰ ਲੈ ਕੇ ਹੀ ਸਰਕਾਰ ਤੇ ਦਬਾਅ ਹੈ ਔਰ ਉਸੇ ਕਰਕੇ ਹੀ ਜਿਹੜੀਆਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ, ਕਿਸਾਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਮਾਂ ਵੀ ਕਿਲ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਉਸ ਚੀਜ਼ ਨੂੰ ਲੈ ਕੇ ਹੋ ਰਹੀਆਂ ਹਨ ਕਿ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਨਿਊਟਰਲਾਈਜ਼ ਕੀਤਾ ਜਾਏ, ਇਸ ਚੀਜ਼ ਨੂੰ, ਕਿਸਾਨਾਂ ਦੇ ਏਡੇ ਵੱਡੇ ਐਕਸ਼ਨ ਨੂੰ, ਕਿ ਕੋਈ ਹੋਰ ਪਾਸੇ ਵੱਲ ਇਸ ਚੀਜ਼ ਨੂੰ ਮੋੜਿਆ ਜਾਵੇ। ਜੀ ਖੈਰ, ਹੁਣ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਸੁਣਵਾਈ ਤਾਂ ਕਰਨੀ ਹੈ, ਫੈਸਲਾ ਹੋਏਗਾ ਕਿ ਕੀ 26 ਜਨਵਰੀ ਦੀ ਜਿਹੜੀ ਪਰੇਡ ਹੋਣ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ, ਜਿਹੜਾ ਮਾਰਚ ਲਿਖਿਆ ਗਿਆ, ਉਸ ਨੂੰ ਲੈ ਕੇ ਸੁਪਰੀਮ ਕੋਰਟ ਕੀ ਹੁਕਮ ਸੁਣਾਏਗੀ, ਇਸ ਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ। ਪਰ ਹਾਲਾਂਕਿ ਰਾਜੇਸ਼ ਜੀ, ਕਿਸਾਨ ਬਾਰ-ਬਾਰ ਇਹ ਕਹਿ ਚੁੱਕੇ ਨੇ ਕਿ ਸਾਡਾ ਜਿਹੜਾ ਧਰਨਾ ਹੈ ਉਹ ਸ਼ੁਰੂ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਸ਼ੁਰੂ ਹੋਇਆ, ਤੇ ਜੇ ਅਸੀਂ ਦਿੱਲੀ ਦੇ ਵਿੱਚ ਵੀ ਵੜਨ ਲੱਗੇ ਹਾਂ, ਜੇ ਅਸੀਂ 26 ਜਨਵਰੀ ਦਾ ਵੀ ਜਿਹੜਾ ਮਾਰਚ ਕਰਨਾ ਹੈ ਤਾਂ ਉਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਹੀ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਖਲਲ, ਕੋਈ ਹਿੰਸਕ ਕੁਝ ਨਹੀਂ ਉਹ ਚਾਹੁੰਦੇ। ਤੇ ਉਸ ਦੇ ਬਾਵਜੂਦ ਵੀ ਹੈ ਜਦੋਂ ਇਹ ਪਟੀਸ਼ਨ ਪਾ ਦਿੱਤੀ ਗਈ ਹੈ ਤਾਂ ਹੁਣ ਸੁਪਰੀਮ ਕੋਰਟ ਅਜਿਹੇ ਦੇ ਵਿੱਚ ਜੇ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਕਰਦੀ, ਜੇ ਮੰਨ ਲਓ ਕਿ ਉਹ ਪਰੇਡ ਰੋਕਣ ਦੀ ਜਿਹੜੀ ਹੈ ਸੁਣਵਾਈ ਹੋ ਜਾਂਦੀ ਹੈ, ਫੈਸਲਾ ਸੁਣਾ ਦਿੱਤਾ ਜਾਂਦਾ ਹੈ, ਤਾਂ ਫਿਰ ਕਿਸਾਨ ਜਥੇਬੰਦੀਆਂ ਦੇ ਅੱਗੇ ਕੀ ਆਲਟਰਨੇਟ ਬਚੇਗਾ, ਕੀ ਉਹਨਾਂ ਦੀ ਅਗਲੀ ਰਣਨੀਤੀ ਰਹੇਗੀ? ਤਾਂ ਕੀ ਲੱਗਦਾ ਹੈ, ਜਿੰਨੀ ਕੁ ਤੁਸੀਂ ਹੁਣ ਤੱਕ ਗੱਲਬਾਤ ਜਿਹੜੀ ਕਿਸਾਨ ਜਥੇਬੰਦੀਆਂ ਨਾਲ ਤੁਹਾਡੀ ਹੋ ਰਹੀ ਹੈ ਜਾਂ ਲੋਕਾਂ ਦੇ ਨਾਲ ਹੋ ਰਹੀ ਹੈ ਜਿਹੜੇ ਧਰਨੇ ਦੇ ਵਿੱਚ ਬੈਠੇ ਹੋਏ ਨੇ, ਕੀ ਉਹ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨੇ ਵੀ 26 ਜਨਵਰੀ ਦੀ ਮਾਰਚ ਅਸੀਂ ਫਿਰ ਰੋਕ ਦਾਂਗੇ, ਸੁਪਰੀਮ ਕੋਰਟ ਨੇ ਜੇ ਮਨਾ ਕਰਤਾ ਤਾਂ? ਦੇਖੋ, ਕਿਉਂਕਿ ਰਾਜੇਵਾਲ ਨੇ ਕੱਲ ਜਦੋਂ ਸੰਬੋਧਨ ਕੀਤਾ ਸੀ, ਉਹਨਾਂ ਨੇ ਇੱਕ ਗੱਲ ਸਾਫ਼ ਕਰ ਦਿੱਤੀ ਸੀ, ਇੱਕ ਗੱਲ ਕਹੀ ਗਈ ਸੀ। ਹੁਣ ਕਈਆਂ ਨੇ ਖੈਰ ਇਹ ਜਿਹੜਾ ਕਲੈਕਟਿਵ ਡਿਸੀਜਨ ਸਾਹਮਣੇ ਆਏਗਾ ਉਹ, ਜਿਵੇਂ ਕਿ ਮੈਂ ਕਹਿ ਰਿਹਾ, ਕੋਈ ਸੁਣਵਾਈ ਤੋਂ ਬਾਅਦ ਹੀ ਆਏਗਾ ਡਿਸੀਜਨ ਜੋ ਵੀ ਹੋਏਗਾ। ਪਰ ਰਾਜੇਵਾਲ ਨੇ ਇੱਕ ਗੱਲ ਪਹਿਲਾਂ ਜ਼ਰੂਰ ਕੀਤੀ ਸੀ ਕਿ ਜਿਹੜਾ ਟਰੈਕਟਰ ਮਾਰਚ ਹੋਏਗਾ ਉਹ ਦਿੱਲੀ ਦੇ ਬਾਰਡਰ ਤੇ ਹੋਏਗਾ, ਦਿੱਲੀ ਦੇ ਸਰਾਊਂਡਿੰਗ, ਜਿੱਦਾਂ ਪਹਿਲਾਂ ਇੱਕ ਰਿਹਰਸਲ ਕੀਤੀ ਗਈ ਸੀ, ਉਸੇ ਤਰੀਕੇ ਨਾਲ ਇੱਕ ਵੱਡਾ
ਮਾਰਚ ਜਿਹੜਾ ਹੋਏਗਾ ਹੁਣ, ਕਿਉਂਕਿ ਉਸ ਦਾ ਜਿਹੜਾ ਟਰੈਕਟਰਾਂ ਦੀ ਸੰਖਿਆ ਵੱਧ ਹੋਏਗੀ, ਲੋਕਾਂ ਦੀ ਸੰਖਿਆ ਵੱਧ ਹੋਏਗੀ, ਉਹਦੇ ਤੇ ਆਲੇ ਦੁਆਲੇ ਮਾਰਚ ਕੱਢਿਆ ਜਾਏਗਾ। ਔਰ ਮੇਰੇ ਖਿਆਲ 'ਚ ਸੁਪਰੀਮ ਕੋਰਟ ਨੂੰ ਉਸ ਤੋਂ ਕੋਈ ਜਿਹੜਾ ਵਾ ਕੋਈ ਇਤਰਾਜ਼ ਨਹੀਂ ਹੋਏਗਾ। ਹਾਈ ਕੋਰਟ ਉਸ ਤੋਂ ਮਨਾਹੀ ਨਹੀਂ ਕਰੇਗੀ। ਤਾਂ ਉਸ ਤੋਂ ਇਲਾਵਾ ਜਿਹੜੀ ਗੱਲ ਮੈਂ ਟਕੈਤ ਦਾ ਜ਼ਿਕਰ ਕੀਤਾ, ਬੜੇ ਵੱਡੇ ਲੀਡਰ ਨੇ ਔਰ ਉਹਨਾਂ ਦਾ ਬਿਆਨ ਇਹ ਸੀ ਕਿ ਬੜੇ ਕੱਦ ਦੇ ਲੀਡਰ ਨੇ, ਔਰ ਉਹਨਾਂ ਦਾ ਬਿਆਨ ਇਹ ਸੀਗਾ ਕਿ ਜੇ ਸੁਪਰੀਮ ਕੋਰਟ ਬਿਲਕੁਲ ਮਨਾ ਕਰ ਦਿੰਦੀ ਹੈ ਤਾਂ ਉਹ ਮਨਾ ਹੋ ਜਾਣਗੇ, ਉਹ ਨਹੀਂ ਦਿੱਲੀ ਦੇ ਅੰਦਰ ਐਂਟਰ ਨਹੀਂ ਕਰਨਗੇ। ਪਰ ਦੂਸਰੇ ਪਾਸੇ ਕਿਸਾਨ ਵਾਰ-ਵਾਰ ਇਹ ਗੱਲ ਕਹਿ ਰਹੇ ਨੇ, ਕਿਉਂਕਿ ਇਸ ਗੱਲ ਦਾ ਵੀ ਪਹਿਲੋਂ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਸਨ, ਇਸ ਗੱਲ ਨੂੰ ਵੀ ਬੜਾ ਵਧਾ ਚੜਾ ਕੇ ਦੱਸਿਆ ਜਾ ਰਿਹਾ ਸੀ ਕਿ ਲਓ ਜੀ ਹੁਣ ਇਹ ਕਿਸਾਨ ਜਿਹੜੇ ਨੇ ਉਹ ਉਸ ਪਰੇਡ ਨੂੰ ਜਾ ਕੇ ਡਿਸਟਰਬ ਕਰਨਗੇ, ਜੇ ਦੇਸ਼ ਦੀ ਆਨ ਬਾਨ ਸ਼ਾਨ ਦਾ ਕੀ ਹੋਏਗਾ, ਜੇ ਇੰਜ ਹੋਏਗਾ, ਇਹ ਹੋਏਗਾ। ਇਹ ਬੜੀਆਂ ਅਜਿਹੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਔਰ ਕਿਸਾਨਾਂ ਨੂੰ ਇਸ ਗੱਲ ਨੂੰ ਲੈ ਕੇ ਟਾਰਗੇਟ ਕੀਤਾ ਜਾ ਰਿਹਾ ਸੀ। ਪਰ ਕਿਸਾਨਾਂ ਨੇ ਵਾਰ-ਵਾਰ ਇਸ ਚੀਜ਼ ਨੂੰ ਵਾਜ਼ੇ ਕੀਤਾ, ਵਾਰ-ਵਾਰ ਇਹ ਗੱਲ ਦੱਸੀ ਕਿ ਉਹ ਵੀ ਭਾਰਤੀ ਹਨ, ਉਹ ਭਾਰਤ ਦੇ ਨਾਗਰਿਕ ਨੇ, ਉਹ ਕਦੀ ਵੀ ਅਜਿਹਾ ਸੋਚ ਵੀ ਨਹੀਂ ਸਕਦੇ ਕਿ ਜਿਸ ਦੇ ਨਾਲ ਦੇਸ਼ ਦੀ ਆਨ ਬਾਨ ਸ਼ਾਨ ਨੂੰ ਕੋਈ ਖਤਰਾ ਹੋਵੇ। ਅਜਿਹੀਆਂ ਚੀਜ਼ਾਂ ਹੋਣ, ਉਹ ਕਦੀ ਵੀ ਇਹ ਚੀਜ਼ਾਂ ਨਹੀਂ ਕਰਨਗੇ ਤੇ ਉਹ ਪਰੇਡ ਵਾਲੀ ਥਾਂ ਤੇ ਜਾਣਾ ਵੀ ਨਹੀਂ ਚਾਹਣਗੇ। ਅਜਿਹੀਆਂ ਚੀਜ਼ਾਂ ਕਿਸਾਨਾਂ ਨੇ ਕਈ ਵਾਰੀ ਸਾਫ਼ ਕੀਤੀਆਂ ਨੇ ਔਰ ਉਸ ਤੋਂ ਬਾਅਦ ਵੀ ਜੇ ਕੋਈ ਅਜਿਹੇ ਖਰਚੇ ਰਹਿ ਜਾਂਦੇ ਨੇ ਤੇ ਉਹ ਇਹੀ ਕਹਾਂਗੇ ਕਿ ਉਹ ਫੇਰ ਕੋਈ ਨਾ ਕੋਈ ਨੈਰੇਟਿਵ ਚਲਾਉਣ ਵਾਲੀ ਗੱਲ ਜਿਹੜੀ ਉਹ ਵਾਰ-ਵਾਰ ਸਾਹਮਣੇ ਆਉਂਦੀ ਹੈ। ਅਦਰਵਾਈਜ਼ ਅਜਿਹੀ ਕੋਈ ਗੱਲ ਨਹੀਂ ਹੈ ਔਰ ਕਿਸਾਨ ਜਿਹੜੇ ਨੇ ਉਹ ਬੜੇ ਸੋਚ ਸਮਝ ਕੇ ਇਸ ਬਾਰੇ ਕੋਈ ਨਾ ਕੋਈ ਚੰਗਾ ਫੈਸਲਾ ਲੈਣਗੇ, ਜਿਸ ਦੇ ਨਾਲ ਕਿਉਂਕਿ ਕਿਸਾਨਾਂ ਕੋਲ ਆਪਸ਼ਨ ਤਾਂ ਹੈ, ਟਰੈਕਟਰ ਜਿਹੜੇ ਨੇ ਆਪਣੇ ਟਰੈਕਟਰ ਮਾਰਚ ਕਰਨ ਦੀ, ਜਿੱਦਾਂ ਪਹਿਲਾਂ ਉਹਨਾਂ ਨੇ ਰਿਆਸਤ ਕੀਤੀ ਸੀ ਉਸੇ ਢੰਗ ਨਾਲ ਉਹ ਆਪਣਾ ਟਰੈਕਟਰ ਮਾਰਚ ਕਰ ਸਕਦੇ ਨੇ। ਜਾਂ ਸਭ ਤੋਂ ਵੱਡੀ ਗੱਲ, ਸਰਕਾਰ ਚਾਹੇ ਤੇ ਬੜਾ ਪੀਸਫੁਲੀ ਹੋ ਸਕਦਾ ਹੈ ਕਿ ਜਿਸ ਢੰਗ ਨਾਲ ਐਸਕॉर्ट ਕਰਕੇ ਕਿਸਾਨਾਂ ਨੂੰ ਮੀਟਿੰਗ ਵਾਲੀ ਥਾਂ ਤੇ ਖੜਿਆ ਜਾਂਦਾ ਹੈ, ਇਸੇ ਤਰੀਕੇ ਨਾਲ ਸਰਕਾਰ ਚਾਹੇ ਤੇ ਇੱਕ ਰੂਟ ਦੇ ਸਕਦੀ ਹੈ ਸਰਕਾਰ ਕਿ ਤੁਸੀਂ ਇਹ ਰੂਟ ਲੈ ਲਓ, ਇਹ ਰੂਟ ਤੇ ਤੁਸੀਂ ਆਪਣਾ ਮਾਰਚ ਕੱਢ ਸਕਦੇ ਹੋ, ਉਸ ਦੇ ਅੱਗੇ ਪਿੱਛੇ ਉਸ ਨੂੰ ਐਸਕॉर्ट ਕੀਤਾ ਜਾ ਸਕਦਾ ਹੈ ਉਸ ਰੂਟ ਨੂੰ। ਔਰ ਕਿਸਾਨ ਤੇ ਬੜੇ ਡਿਸਪਲਿਨ ਨਾਲ ਚੱਲਦੇ ਨੇ। ਜਦੋਂ ਵੀ ਦੇਖਿਆ ਜਿੰਨੀ ਵਾਰੀ ਵੀ ਉਹਨਾਂ ਨੇ ਟਰੈਕਟਰ ਮਾਰਚ ਕੱਢੇ ਨੇ, ਭਾਵੇਂ ਉਹ ਦਿੱਲੀ ਦੇ ਬਾਰਡਰਾਂ ਤੇ ਕੱਢੇ ਨੇ ਜਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਕੱਢੇ ਨੇ, ਉਹਨਾਂ ਨੇ ਟਰੈਕਟਰ ਮਾਰਚ ਤਾਂ ਬੜੇ ਡਿਸਪਲਿਨ ਨਾਲ, ਬੜੀ ਇੱਕ ਲਾਈਨ ਦੇ ਵਿੱਚ ਉਹਨਾਂ ਨੇ ਟ੍ਰੈਫਿਕ ਤੱਕ ਡਿਸਟਰਬ ਨਹੀਂ ਹੋਣ ਦਿੱਤੀ, ਇਸ ਢੰਗ ਨਾਲ ਕੱਢੇ ਨੇ। ਤੇ ਉਹ ਹੋ ਸਕਦਾ ਹੈ, ਕੋਈ ਵੱਡੀ ਗੱਲ ਨਹੀਂ ਹੈ। ਸਰਕਾਰ ਜੇ ਚਾਹੇ ਜਾਂ ਸਰਕਾਰ ਰੋੜੇ ਅਟਕਾਉਣਾ ਚਾਹੇਗੀ ਤਾਂ ਉਹ ਉਹਦੀ ਮਰਜ਼ੀ ਦੀ ਗੱਲ ਹੈ। ਪਰ ਜੇ ਸਰਕਾਰ ਚਾਹੁੰਦੀ ਹੈ ਵਾਕਈ ਸ਼ਾਂਤਮਈ ਢੰਗ ਨਾਲ ਇਹ ਸਾਰਾ ਕੁਝ ਹੋ ਜੇ ਤਾਂ ਸਰਕਾਰ ਵੀ ਆਪਣਾ ਚੰਗਾ ਸਹਿਯੋਗ ਪਾ ਸਕਦੀ ਹੈ। ਬਿਲਕੁਲ ਰਾਜੇਸ਼ ਜੀ, ਇਹ NIA ਦੇ ਨੋਟਿਸ ਦਾ ਕੀ ਰੇਟ ਹੈ? ਦੇਖੋ, ਮੈਂ ਜਿਵੇਂ ਸ਼ੁਰੂ ਤੋਂ ਇਹ ਗੱਲ ਕਰ ਰਿਹਾ ਕਿ ਸਰਕਾਰ ਜਿਹੜੀ ਹੈ ਉਹ ਹਰ ਹਿੱਲੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਕਿਸੇ ਤਰੀਕੇ ਨਾਲ ਆਪਣੀ ਇਹ 3 ਬਿੱਲ ਰੱਦ ਕਰਾਉਣ ਦੀ ਜਿਹੜੀ ਮੰਗ ਹੈ ਉਹਨੂੰ ਛੱਡ ਦੇਣ। ਔਰ ਉਸ ਤੋਂ ਪਹਿਲਾਂ ਖਾਸ ਤੌਰ ਤੇ ਜਿਹੜਾ ਸਭ ਤੋਂ ਵੱਡੀ ਗਲੇ ਦੀ ਹੱਡੀ ਬਣਿਆ ਹੋਇਆ ਸਰਕਾਰ ਦੀ, ਉਹ ਹੈ 26 ਜਨਵਰੀ ਦਾ ਇਵੈਂਟ। ਉਸ ਨੂੰ ਲੈ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ, ਹੋਰਨਾਂ ਥਾਵਾਂ ਤੋਂ ਬੜੀ ਵੱਡੀ ਸੰਖਿਆ ਦੇ ਵਿੱਚ ਟਰੈਕਟਰ ਹੋਰ ਪਹੁੰਚ ਰਹੇ ਨੇ। ਔਰ ਇੱਕ ਮੈਂ ਬਿਆਨ ਇਹ ਵੀ ਸੁਣ ਰਿਹਾ ਸੀ ਕਿ JCB ਮਸ਼ੀਨਾਂ, ਉਹ ਅਜਿਹੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਕਿ ਤਾਂ ਕਿ ਜਿਹੜਾ ਰਸਤਾ ਬਣਾਇਆ ਜਾ ਸਕੇ। ਪਰ ਉਹ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲੀਹੋਂ ਲਾਉਣ ਵਾਸਤੇ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੱਕ ਟਰਾਂਸਪੋਰਟਰ ਜਿਹੜਾ ਹੈ ਉਹ ਜੇ ਆਪਣੀਆਂ ਫ੍ਰੀ ਬੱਸਾਂ ਭੇਜ ਰਿਹਾ ਹੈ, ਉਹ ਕਿਸਾਨਾਂ ਦੀ ਭਾਵਨਾਵਾਂ ਨੂੰ ਸਮਝ ਰਿਹਾ ਹੈ, ਉਹ ਪੰਜਾਬ ਦੀ, ਦੇਸ਼ ਦੀ ਹਕੀਕਤ ਨੂੰ ਸਮਝ ਰਿਹਾ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਰਿਹਾ ਹੈ। ਇਸ ਕਰਕੇ ਉਹ ਅਜਿਹਾ ਕੰਮ ਕਰ ਰਿਹਾ ਹੈ, ਆਪਣੀ ਲੜਾਈ ਸਮਝ ਕੇ ਉਸ ਨੂੰ ਕਰ ਰਿਹਾ ਹੈ। ਪਰ ਉਸ ਨੂੰ ਨੋਟਿਸ ਭੇਜੇ ਜਾ ਰਹੇ ਨੇ। ਦੂਜੇ ਪਾਸੇ ਜਿਹੜੇ ਕਿਸਾਨ ਸ਼ਹੀਦ ਹੋਏ, ਜਿਨ੍ਹਾਂ ਨਾਲ ਸਾਨੂੰ ਸਾਰਿਆਂ ਨੂੰ ਦਿਲੀ ਹਮਦਰਦੀ ਹੈ, ਉਹਨਾਂ ਦੀ ਜੇ ਕੋਈ ਆਰਥਿਕ ਮਦਦ ਦੇ ਰਿਹਾ ਹੈ ਤਾਂ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ। ਇਹ ਜਿਹੜੀਆਂ तमाम ਚੀਜ਼ਾਂ ਨੇ ਇਹ ਬਹੁਤ ਹੀ ਨਿਰਾਸ਼ ਕਰਨ ਵਾਲੀਆਂ ਚੀਜ਼ਾਂ ਨੇ ਔਰ ਸਰਕਾਰ ਦੀ ਮਨਸ਼ਾ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ। ਕਿਉਂਕਿ ਸਰਕਾਰ ਜੇ ਅਜਿਹੇ ਕੰਮ ਕਰ ਰਹੀ ਹੈ ਤੇ ਇਹ ਤੇ ਬਹੁਤ ਛੋਟੀਆਂ ਹਰਕਤਾਂ ਨੇ ਜਿਹੜੀਆਂ ਕਿ ਜੇ ਸਰਕਾਰ, ਕਿਉਂਕਿ ਸਰਕਾਰ ਦੇ ਹਰ ਮੁਹਾਰ ਤੋਂ ਫੇਲ ਹੋ ਰਹੀ ਹੈ ਸਰਕਾਰ, ਹਰ ਪਾਸਿਓਂ ਉਹਨੂੰ ਜਿਹੜੀ ਮੂੰਹ ਦਿਖਾਣੀ ਪੈ ਰਹੀ ਹੈ। ਜਿੰਨੇ ਵੀ ਨੈਰੇਟਿਵ ਹੁਣ ਤੱਕ ਕੀਤੇ ਗਏ ਉਹ ਸਾਰੇ ਕਿਤੇ ਬੁਰੀ ਤਰ੍ਹਾਂ ਨਾਲ ਜਿਹੜੇ ਨੇ ਅਸਫਲ ਰਹੇ। ਸੋ ਉਸ ਗੱਲ ਨੂੰ ਲੈ ਕੇ ਸਰਕਾਰ ਚਿੰਤਤ ਹੈ ਕਿ ਕਿਸੇ ਨਾ ਕਿਸੇ ਪਾਸਿਓਂ ਘੇਰਾਬੰਦੀ ਕਰੀਏ ਤਾਂ ਉਹਨਾਂ ਲੋਕਾਂ ਨੂੰ ਡੀਮੋਰਲਾਈਜ਼ ਕੀਤਾ ਜਾਏ ਜਿਹੜੇ ਲੋਕ ਇਹਨਾਂ ਨੂੰ ਸਪੋਰਟ ਕਰ ਰਹੇ ਨੇ, ਭਾਵੇਂ ਫਾਈਨੈਂਸ਼ੀਅਲੀ ਇਹਨਾਂ ਨੇ, ਭਾਵੇਂ ਆਪਣੇ ਘਰਾਂ ਚੋਂ ਮੇਲ ਮੈਂਬਰਸ ਭੇਜ ਕੇ, ਔਰਤਾਂ ਵੀ ਆ ਰਹੀਆਂ ਨੇ। ਇਹ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਮਨੋਬਲ ਤੋੜਿਆ ਜਾਵੇ। ਤੇ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਬੜੀਆਂ ਕੋਝੀਆਂ ਕੋਸ਼ਿਸ਼ਾਂ ਨੇ। ਔਰ ਇਸ ਗੱਲ ਦੀ ਅੱਜ ਮੀਟਿੰਗ ਦੇ ਵਿੱਚ ਵੀ ਚਰਚਾ ਹੋਈ ਔਰ ਕਿਸਾਨਾਂ ਨੇ ਸਖਤ ਨੋਟਿਸ ਲਿਆ ਵੀ ਇਹ ਕੀ ਹੋ ਰਿਹਾ ਹੈ। ਤੁਸੀਂ ਤਾਂ ਕਹਿੰਦੇ ਹੋ, ਇੱਥੋਂ ਤੱਕ ਕਿਸਾਨਾਂ ਨੇ ਕਹਿ ਦਿੱਤਾ
ਕਿ ਤੁਸੀਂ ਤਾਂ ਕਹਿੰਦੇ ਹੋ ਜੀ ਮੋਦੀ ਬਹੁਤ ਮਜ਼ਬੂਤ ਹੈ, 56 ਇੰਚ ਦਾ ਸੀਨਾ ਹੈ, ਬਹੁਤ ਮਜ਼ਬੂਤ ਹੈ, ਤਾਂ ਕੀ ਉਹ ਅਜਿਹੇ ਕੁਝ ਬੰਦਿਆਂ ਤੋਂ ਡਰ ਗਿਆ? ਜਿਹੜੇ ਬੰਦੇ ਆਪਣੀਆਂ ਬੱਸਾਂ ਭੇਜ ਰਹੇ ਨੇ, ਜਾਂ ਜਿਹੜੇ ਸ਼ਖਸ ਜਿਹੜੇ ਨੇ ਸ਼ਹੀਦ ਪਰਿਵਾਰਾਂ 'ਚ ਜਿਹੜੇ ਸ਼ਹੀਦ ਹੋਏ ਨੇ, ਔਰ 26 ਜਨਵਰੀ ਦਾ ਮਾਰਚ ਇਹਨਾਂ ਆਰਥਿਕ ਸਰਕਾਰ ਮਦਦ ਦੇ ਨੂੰ ਰਹੇ ਡਰਾ ਨੇ, ਕਿ ਕਿਉਂ ਉਹਨਾਂ ਤੋਂ ਰਿਹਾ? ਡਰ ਗਏ? ਬਿਲਕੁਲ। ਇਹ ਪਰ ਉਹਦੇ ਵਿੱਚ ਜਿਹੜੇ ਨਰਿੰਦਰ ਤੋਮਰ, ਉਹਨਾਂ ਨੇ ਕਿਹਾ ਜੀ ਉਹ NIA ਅਲੱਗ ਮਹਿਕਮਾ ਹੈ, ਕੈਬਨਿਟ ਮੰਤਰੀ ਇਸ ਲੈਵਲ ਦਾ ਮੰਤਰੀ ਜਿਹੜਾ ਕਿ ਸਿੱਧੇ ਤੌਰ ਤੇ ਕਿਸਾਨਾਂ ਨਾਲ ਗੱਲਬਾਤ ਕਰ ਰਿਹਾ, ਉਹ ਸਾਰਾ ਜਿਹੜੀ ਗੱਲਬਾਤ ਦਾ ਮੁੱਦਾ ਹੀ ਸਾਰਾ ਉਸਦੇ ਮਹਿਕਮੇ ਦਾ, ਔਰ ਉਸਦੇ ਨਾਲ ਉਸਨੂੰ ਇਸ ਗੱਲ ਦੀ ਨੌਲੇਜ ਨਾ ਹੋਏਗੀ ਜਾਂ ਪਤਾ ਨਾ ਹੋਏਗਾ, ਬੜੀ ਹਾਸੋ ਹੀ ਨਹੀਂ ਗੱਲ ਜਿਹੜੀ ਹੈ ਉਹ ਜਾਪਦੀ ਹੈ। ਪਰ ਖੈਰ ਕਿਸਾਨਾਂ ਨੇ ਬੜੇ ਇਸ ਨੂੰ ਸਖਤ ਲਹਿਜੇ ਨਾਲ ਇਸ ਦਾ ਇਤਰਾਜ਼ ਜ਼ਾਹਿਰ ਕੀਤਾ ਕਿ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਔਰ ਦੇਖੋ ਹੁਣ ਸਰਕਾਰ ਦੇਖੋ ਹਰ ਹੀਲੇ ਕੋਸ਼ਿਸ਼ਾਂ ਕਰ ਰਹੀ ਹੈ, ਹਰ ਪਾਸਿਓਂ ਇਹ ਜਿਹੜੀਆਂ ਕੋਸ਼ਿਸ਼ਾਂ ਕੋਈ ਨਾ ਕੋਈ ਹੋ ਰਹੀਆਂ ਨੇ, ਔਰ ਕਿਸਾਨ ਜਿਹੜੇ ਨੇ ਉਹ ਲਗਾਤਾਰ ਡਟੇ ਹੋਏ ਨੇ। ਔਰ ਅੱਜ ਵੀ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਕਿਸਾਨਾਂ ਨਾਲ, ਤੇ ਉਹ ਕਹਿੰਦੇ ਨੇ ਕਿ ਇਹ ਲੰਬੀ ਲੜਾਈ ਹੈ, ਕੋਈ ਗੱਲ ਅਜੇ ਉਹਨਾਂ ਨੂੰ ਲੱਗਦਾ ਕਿ ਇਹ ਕਿਸਾਨ ਡਟ ਜਾਣਗੇ, ਅੱਕ ਜਾਣਗੇ ਤੇ ਵਾਪਸ ਚਲੇ ਜਾਣਗੇ, ਅਜਿਹਾ ਕਦੀ ਨਹੀਂ ਹੋਏਗਾ। ਔਰ ਕਿਸਾਨ ਜਿਹੜੇ ਨੇ ਉਹ ਪਹਿਲਾਂ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਅੰਦੋਲਨ ਹੈ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਪਰ ਕਿਸਾਨਾਂ ਦੀ ਇੱਕ ਵੱਡੀ ਚਿੰਤਾ ਇਹੀ ਹੈ ਕਿ 26 ਤਰੀਕ ਦਾ ਜਿਹੜਾ ਇਹਨਾਂ ਦਾ ਅੰਦੋਲਨ ਦਾ ਇੱਕ ਵੱਡਾ ਇੱਕ ਟਰਨਿੰਗ ਪੁਆਇੰਟ ਆ ਰਿਹਾ। ਮੈਨੂੰ ਟਰਨਿੰਗ ਪੁਆਇੰਟ ਇਸ ਕਰਕੇ ਕਹਾਂਗਾ ਕਿ ਆਮ ਲੋਕਾਂ ਨੂੰ ਸਾਰਿਆਂ ਨੂੰ ਇਹ ਲੱਗ ਰਿਹਾ ਹੈ ਕਿ ਇਸ ਦੇ ਨਾਲ ਕੋਈ ਨਾ ਕੋਈ ਨਤੀਜਾ ਨਿਕਲਣ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਤੇ ਇਸ ਕਰਕੇ ਸਰਕਾਰ ਵੀ ਡਰੀ ਹੋਈ ਹੈ। ਸਰਕਾਰ ਬਹੁਤ ਇਸ ਵੇਲੇ ਬੈਕਫੁੱਟ ਤੇ ਕਵਾਂਗੇ ਕਿ ਆਪਾਂ ਸਰਕਾਰ ਹੈਗੀ ਇਸ ਗੱਲ ਨੂੰ ਲੈ ਕੇ। ਔਰ ਇਤਿਹਾਸ ਦੇ ਵਿੱਚ ਵੀ ਜਦੋਂ 26 ਜਨਵਰੀ ਦਾ ਹੁਣ ਤੱਕ ਜ਼ਿਕਰ ਹੁੰਦਾ ਆਇਆ, ਉਹ ਕਿਸੇ ਹੋਰ ਤਰੀਕੇ ਨਾਲ ਹੁੰਦਾ ਆਇਆ, ਤੇ ਜਦੋਂ ਅੱਗੇ ਇਤਿਹਾਸ ਲਿਖਿਆ ਜਾਏਗਾ ਤਾਂ ਇਹ ਵਾਲੀ 26 ਜਨਵਰੀ ਨੂੰ ਵੀ ਸ਼ਾਇਦ ਕੋਈ ਨਹੀਂ ਭੁੱਲੇਗਾ। ਹਾਂ ਬਿਲਕੁਲ ਸ਼ਹਿਰੀ, ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਮ ਲੋਕਾਂ 'ਚ ਜਦੋਂ ਵਿਚਰਦੇ ਆ ਨਾ, ਲੋਕਾਂ ਦੇ ਵਿੱਚ ਇਹ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਖਾਸ ਤੌਰ ਤੇ ਕੁਝ ਮੀਡੀਆ ਹਾਊਸਸ ਵੱਲੋਂ, ਕਿ ਲੋ ਜੀ ਕਿਹੋ ਜਿਹੇ ਕਿਸਾਨ ਨੇ, ਇਹ ਦੇਸ਼ ਬਾਰੇ ਕੁਝ ਸੋਚਦੇ ਹੀ ਨਹੀਂ। ਇਹ ਪਹਿਲਾਂ ਸਰਕਾਰ ਦੀ ਨਹੀਂ ਸੀ ਮੰਨਦੇ, ਹੁਣ ਸੁਪਰੀਮ ਕੋਰਟ ਦੇ ਵੀ ਨਹੀਂ ਮੰਨਦੇ। ਪਰ ਜਿਹੜਾ ਚਿਹਰਾ ਨੰਗਾ ਹੋਇਆ ਹੈ ਉਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਉਹ ਚੀਜ਼ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਪਹਿਲੋਂ ਤੇ ਜਿਹੜੇ ਕਾਨੂੰਨ ਨੇ ਉਹ ਜੇ ਇੰਨੇ ਗਲਤ ਨਾ ਹੁੰਦੇ ਤਾਂ ਸੁਪਰੀਮ ਕੋਰਟ ਉੱਤੇ ਰੋਕ ਕਿਉਂ ਲਾਉਂਦੀ? 2 ਮਹੀਨੇ ਹੋਏ ਨਹੀਂ ਕਾਨੂੰਨ ਬਣਿਆ ਨੂੰ, ਤਾਂ ਉਹਦੇ ਵਿੱਚ ਸਰਕਾਰ ਤਿਆਰ ਹੋ ਗਈ ਜੀ ਜਿੰਨੀਆਂ ਮਰਜ਼ੀ ਅਮੈਂਡਮੈਂਟ ਕਰਾ ਲਓ। ਇਹਦਾ ਮਤਲਬ ਸਾਫ਼ ਹੈ ਕਿ ਕਾਨੂੰਨ ਗਲਤ ਨੇ, ਕਾਨੂੰਨਾਂ ਦੇ ਵਿੱਚ ਪੱਲੇ ਕੁਝ ਹੈ ਹੀ ਨਹੀਂ, ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਹੈ ਹੀ ਨਹੀਂ। ਕਾਨੂੰਨ ਐਸੇ ਨੇ ਕਿ ਇੱਕ ਸ਼ਖਸ, ਕੋਈ ਕਿਸੇ ਨੂੰ ਅਸੀਂ ਕਹਿ ਰਹੇ ਹਾਂ ਕਿ ਤੂੰ ਵਾਲਾ ਢਿੱਡ ਪੀੜ ਦੀ ਗੋਲੀ ਖਾ ਲਾ, ਉਹ ਕਹਿੰਦਾ ਜੀ ਮੇਰੇ ਤਾਂ ਢਿੱਡ ਪੀੜ ਹੋ ਹੀ ਨਹੀਂ ਰਹੀ ਤੇ ਮੈਂ ਖਾ ਲਾਂ ਗੋਲੀ। ਇਹ ਜਿਹੇ ਕਾਨੂੰਨ ਨੇ, ਤਾਂ ਉਹਦਾ ਫਾਇਦਾ ਕੀ ਆ? ਉਸਨੂੰ ਰੱਦ ਕਰਨਾ ਹੀ ਬਣਦਾ ਹੈ। ਦੂਜੇ ਪਾਸੇ ਜੇ ਸੁਪਰੀਮ ਕੋਰਟ ਹੋਲਡ ਉਦੋਂ ਕਰਦੀ ਹੈ ਕਾਨੂੰਨ ਜਦੋਂ ਉਹਨੂੰ ਲੱਗੇ ਕਿ ਇਹ 70-80% ਗਲਤ ਹੈ, ਉਹਦੇ ਤੱਕ ਸੁਪਰੀਮ ਕੋਰਟ ਹੋਲਡ ਨਹੀਂ ਕਰਦੀ। ਇਹ ਗੱਲ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਹੋਲਡ ਕੀਤੇ ਗਏ ਨੇ ਸੁਪਰੀਮ ਕੋਰਟ ਵੱਲੋਂ ਇਸੇ ਕਰਕੇ ਕਿ ਪ੍ਰਾਈਮਾ ਫੇਸਾਈ ਇਹ ਲੱਗਦੇ ਨੇ ਕਿ ਜਿਹੜੇ ਮਤਲਬ ਬਿਲਕੁਲ ਪ੍ਰਤੱਖ ਤੌਰ ਤੇ ਨਜ਼ਰ ਆਉਂਦਾ ਹੈ ਕਿ ਇਹ ਜਿਹੜੇ ਕਾਨੂੰਨ ਨੇ ਗਲਤ ਨੇ, ਇਹ ਗਲਤ ਭਾਵਨਾ ਨਾਲ ਬਣਾਏ ਗਏ ਨੇ, ਗਲਤ ਕਾਨੂੰਨ ਨੇ, ਕਿਸਾਨਾਂ ਦੇ ਕਿਸੇ ਪੱਖੋਂ ਵੀ ਹੱਕ ਦੇ ਵਿੱਚ ਨਹੀਂ ਨੇ। ਤੇ ਇਸੇ ਕਰਕੇ ਕਿਸਾਨ ਜਿਹੜੇ ਨੇ ਆਪਣਾ ਕੰਮਕਾਰ ਛੱਡ ਕੇ, ਸਭ ਕੁਝ ਛੱਡ ਕੇ ਧਰਨੇ ਤੇ ਬੈਠੇ ਹੋਏ ਨੇ ਆਪਣੇ ਪਰਿਵਾਰਾਂ ਸਮੇਤ। ਔਰ ਇਹ ਇੰਨੀ ਠੰਡ ਦੇ ਵਿੱਚ ਇਹ ਜਿਹੜਾ ਅੰਦੋਲਨ ਹੈ ਉਹ ਹੋਰ ਵੱਧਦਾ ਜਾ ਰਿਹਾ, ਘਟਣ ਦਾ ਨਾਂ ਨਹੀਂ ਲੈ ਰਿਹਾ। ਇਹ ਚੀਜ਼ ਆਮ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਤਾਂ ਕਿ ਸਰਕਾਰ ਤੇ ਹਰ ਪੱਖੋਂ ਦਬਾਅ ਜਿਹੜਾ ਉਹ ਬਣਾਇਆ ਜਾ ਸਕੇ। ਜੀ ਬਿਲਕੁਲ। ਰਾਜੇਸ਼ ਜੀ, ਤੁਸੀਂ ਲੋਹੜੀ ਵਾਲੇ ਦਿਨ ਪਿੰਡਾਂ ਵੱਲ ਨੂੰ ਕੂਚ ਕੀਤਾ, ਤੁਸੀਂ ਪਿੰਡਾਂ ਦੀ ਲੋਹੜੀ ਦੇਖਣ ਲਈ ਗਏ ਸੀਗੇ, ਕੀ ਤਸਵੀਰ ਨਜ਼ਰ ਆਈ? ਪਿੰਡਾਂ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਹੋਈ, ਕੀ ਬੋਲ ਰਹੇ ਸੀ ਉਹ, ਕੀ ਗੱਲਾਂ ਕਰ ਰਹੇ ਸੀ? ਮਾਹੌਲ ਕਿਵੇਂ ਦਾ ਨਜ਼ਰ ਆ ਰਿਹਾ ਸੀ? ਕਿ ਧੂਣੀ ਬਾਲੀ ਗਈ ਸੀ ਕਿ ਲੋਕ ਕੁਰਸੀਆਂ ਢਾ ਕੇ ਧੂਣੀ ਦੇ ਆਲੇ ਦੁਆਲੇ ਦੇਖੇ ਜਾ ਰਹੇ ਸੀਗੇ? ਤੁਹਾਨੂੰ ਦਿਖੀ ਕੁਝ ਏਦਾਂ ਦੀ ਤਸਵੀਰ? ਦੇਖੋ ਪੰਜਾਬ ਦੇ ਵਿੱਚ ਜੇ ਆਪਾਂ ਦੀਵਾਲੀ, ਵਿਸਾਖੀ ਦੀ ਗੱਲ ਕਰੀਏ ਤਾਂ ਉਸੇ ਉਤਸ਼ਾਹ ਨਾਲ, ਉਹਨਾਂ ਹੀ ਖੁਸ਼ੀਆਂ ਨਾਲ ਹੀ ਜਿਹੜਾ ਲੋਹੜੀ ਦਾ ਤਿਉਹਾਰ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ। ਬੱਚਿਆਂ ਨੂੰ ਹੁੰਦਾ ਪਤੰਗਾਂ ਦਾ ਸ਼ੌਕ, ਗੁੱਡੀਆਂ ਉਡਾਉਣ ਦਾ ਸ਼ੌਕ, ਠੀਕ ਹੈ। ਘਰਾਂ ਦੇ ਵਿੱਚ ਆਮ ਲੋਹੜੀ ਪਾਈ ਜਾਂਦੀ ਹੈ, ਜੇ ਕਿਸੇ ਦਾ ਨਵਾਂ ਵਿਆਹ ਹੋਇਆ, ਜੇ ਕਿਸੇ ਦੇ ਘਰ ਔਲਾਦ ਹੋਈ। ਅੱਜ ਕੱਲ ਤੇ ਵਧੀਆ ਗੱਲ ਹੈ ਕਿ ਕੁੜੀਆਂ ਦੀ ਵੀ ਲੋਹੜੀ ਜਿਹੜੀ ਗੱਜ ਵੱਜ ਕੇ ਪਾਈ ਜਾਂਦੀ ਹੈ। ਪਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਇਹ ਕਵਰ ਕਰਨ ਵਾਸਤੇ ਗਏ ਕਿ ਪਿੰਡਾਂ ਦੇ ਵਿੱਚ ਦੇਖੀਏ ਕੀ ਮਾਹੌਲ ਹੈ, ਕਿਉਂਕਿ ਘਰਾਂ ਦੇ ਜ਼ਿਆਦਾਤਰ ਮੇਲ ਮੈਂਬਰ ਜਿਹੜੇ ਨੇ ਉਹ ਇਸ ਵੇਲੇ ਸਿੰਘੂ ਬਾਰਡਰ ਤੇ, ਟਿੱਕੀ ਬਾਰਡਰ ਤੇ ਜਾਂ ਕੁੰਡਲੀ ਬਾਰਡਰ ਤੇ, ਹੋਰ ਬਾਰਡਰਸ ਤੇ ਬੈਠੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਕੀ ਮਾਹੌਲ ਹੈ। ਤਾਂ ਸ਼ਹਿਰੀ ਦੇਖ ਕੇ ਬੜਾ ਮਨ ਨੂੰ ਅਫਸੋਸ ਲੱਗਾ ਕਿ ਨਾ ਪਿੰਡਾਂ ਦੇ ਵਿੱਚ ਉਹ ਰੌਣਕਾਂ, ਪਹਿਲੋਂ
ਚਾਰ ਜਿਹੜੀਆਂ ਕੁੜੀਆਂ ਇਕੱਠੀਆਂ ਹੋ ਕੇ ਉਹ ਘਰਾਂ ਦੇ ਵਿੱਚ ਲੋਹੜੀ ਮੰਗਣ ਜਾਂਦੀਆਂ ਸੀ, ਠੀਕ ਹੈ। ਉਹ ਸੁੰਦਰ ਮੁੰਦਰੀਏ ਇਹ ਉਹ ਸਭ ਗਾਇਬ ਸੀ, ਕੁਛ ਨਹੀਂ ਸੀ। ਉਸ ਤੋਂ ਬਾਅਦ ਨਾ ਕਿਤੇ ਉਹ ਕੋਈ ਮਤਲਬ ਬਹੁਤ ਘੱਟ ਲੋਕ ਜਿਹੜੇ ਲੋਹੜੀ ਮਨਾ ਰਹੇ ਸੀ। ਕੋਠਿਆਂ ਦੀਆਂ ਛੱਤਾਂ ਖਾਲੀ ਨਜ਼ਰ ਆ ਰਹੀਆਂ ਸੀ, ਕਿਉਂਕਿ ਆਮ ਤੌਰ ਤੇ ਪਿਓ ਜਾਂ ਵੱਡਾ ਭਰਾ ਜਿਹੜਾ ਉਹ ਬੱਚਿਆਂ ਨੂੰ ਪਤੰਗ, ਡੋਰ, ਗੁੱਡੀਆਂ ਏਦਾਂ ਦੀਆਂ ਚੀਜ਼ਾਂ ਲਿਆ ਕੇ ਦਿੰਦੇ ਨੇ, ਪਰ ਉਹ ਘਰਾਂ 'ਚ ਨਹੀਂ। ਤਾਂ ਅਜਿਹਾ ਮਾਹੌਲ ਸੀ ਕਿ ਨਾ ਕਿਤੇ ਕੋਈ ਧੂਣੀ ਬਾਲਣ ਦਾ, ਨਾ ਕੋਈ ਅਜਿਹਾ ਨਜ਼ਰ ਨਹੀਂ ਆ ਰਿਹਾ ਸੀ। ਔਰ ਜਦੋਂ ਅਸੀਂ ਗੱਲ ਕੀਤੀ, ਔਰਤਾਂ ਨਾਲ ਗੱਲ ਕੀਤੀ, ਤਾਂ ਔਰਤਾਂ ਦਾ ਸਾਫ਼ ਕਹਿਣਾ ਸੀ ਕਿ ਇਹ ਸਾਡੇ ਵਾਸਤੇ ਕਾਹਦੀ ਲੋਹੜੀ ਹੈ। ਲੋਹੜੀ ਤਾਂ ਉਦੋਂ ਹੋਏਗੀ, ਸਾਡੀ ਦੀਵਾਲੀ ਉਦੋਂ ਹੋਏਗੀ, ਸਾਡੇ ਵਿਸਾਖੀ ਉਦੋਂ ਹੋਏਗੀ ਜਦੋਂ ਇਹ ਤਿੰਨੇ ਕਾਨੂੰਨ ਜਿਹੜੇ ਨੇ ਉਹ ਰੱਦ ਹੋ ਜਾਣਗੇ ਤੇ ਸਾਡੇ ਆਪਣੇ ਘਰ ਵਾਪਸ ਫਤਿਹ ਪਾ ਕੇ ਆਣਗੇ। ਸਰਹੱਦਾਂ ਤੇ ਬੈਠੇ ਨੇ, ਦਿੱਲੀ ਦੀਆਂ ਸਰਹੱਦਾਂ ਤੇ ਜਦੋਂ ਵਾਪਸ ਪਰਤਣਗੇ ਉਦੋਂ ਸਾਡਾ ਤਿਉਹਾਰ ਹੋਏਗਾ। ਔਰ ਉਹ ਜਜ਼ਬਾ ਜਿਹੜਾ ਸੀ ਉਹ ਵੇਖਣ ਵਾਲਾ ਸੀ ਲੋਕਾਂ ਦੇ ਵਿੱਚ। ਬਿਲਕੁਲ ਤਿਉਹਾਰ ਉਹਨਾਂ ਨੂੰ ਲੱਗ ਹੀ ਨਹੀਂ ਰਿਹਾ ਸੀ। ਅਸੀਂ ਜਦੋਂ ਗਏ ਆ ਤੇ ਆਮ ਦਿਨਾਂ ਵਾਂਗ ਦਿਨ ਲੱਗ ਰਹੇ ਸੀ, ਉਹ ਤਿਉਹਾਰ ਵਾਲਾ ਕੋਈ ਨਹੀਂ ਨਜ਼ਰ ਆ ਰਿਹਾ ਸੀਗਾ ਕੁਛ। ਔਰ ਸ਼ਹਿਰਾਂ ਦੇ ਵਿੱਚ ਵੀ ਕੋਈ ਅਜਿਹੀ ਲੋਹੜੀ ਜਿੱਦਾਂ ਪਹਿਲਾਂ ਹੁੰਦੀ ਸੀ, ਅਜਿਹੀ ਲੋਹੜੀ ਨਜ਼ਰ ਨਹੀਂ ਆਈ। ਕਿ ਉਹਦੇ ਵਿੱਚ ਵੀ ਫਰਕ ਜਿਹੜਾ ਨਜ਼ਰ ਆਇਆ ਪਿੰਡਾਂ ਵਿੱਚ ਖਾਸ ਤੌਰ ਤੇ। ਰਾਜੇਸ਼ ਜੀ, ਤੁਹਾਨੂੰ ਇਫੈਕਟ ਕੀ ਲੱਗਿਆ? ਇਫੈਕਟ ਕੀ ਕੋਵਿਡ ਦਾ ਨਜ਼ਰ ਆਇਆ ਜਾਂ ਫਿਰ ਕਿਸਾਨ ਅੰਦੋਲਨ ਕਰਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਨੀ ਖੁਸ਼ੀ ਨਹੀਂ ਦਿਖਾਈ ਦੇ ਰਹੀ ਸੀ? ਨਹੀਂ, ਕੋਵਿਡ ਦਾ ਬਿਲਕੁਲ ਨਹੀਂ। ਕੋਵਿਡ ਦਾ ਨਹੀਂ। ਕੋਵਿਡ ਦੇਖੋ, ਕੋਵਿਡ ਹੁਣ ਲੋਕ ਜ਼ਿਆਦਾਤਰ ਲੋਕ ਭੁੱਲ ਚੁੱਕੇ ਨੇ। ਕੋਵਿਡ ਹੁਣ ਨਹੀਂ ਆ। ਹੁਣ ਚਰਚਾ ਹੋ ਰਹੀ ਹੈ ਸਿਰਫ ਵੈਕਸੀਨੇਸ਼ਨ ਜਿਹੜੀ ਆਈ ਹੈ ਉਸ ਨੂੰ ਲੈ ਕੇ ਚਰਚਾ ਹੋ ਰਹੀ ਹੈ, ਜਿਹੜੀ ਕੱਲ ਤੋਂ ਸ਼ੁਰੂ ਹੋ ਰਹੀ ਹੈ ਵੈਕਸੀਨੇਸ਼ਨ। ਔਰ ਉਹ ਵੈਕਸੀਨੇਸ਼ਨ ਕੱਲ ਤੋਂ ਸ਼ੁਰੂ ਹੋਏਗੀ। ਕੱਲ ਤੋਂ ਸ਼ੁਰੂ ਹੋ ਕੇ ਪਹਿਲਾਂ ਜਿਹੜੇ ਕਰੋਨਾ ਵਾਰੀਅਰ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਨੇ, ਜਿਹੜੇ ਇਹਨਾਂ ਦੇ ਮੁਲਾਜ਼ਮ ਨੇ, ਜਿਹੜੇ ਤਮਾਮ ਡਾਕਟਰਸ ਹੋ ਗਏ, ਨਰਸਸ ਹੋ ਗਏ, ਸਟਾਫ ਜਿਹੜਾ, ਇਹਨਾਂ ਨੂੰ ਟੀਕੇ ਲਾਏ ਜਾਣੇ ਨੇ। ਪਹਿਲਾਂ ਇਹ ਸ਼ੁਰੂਆਤ ਕਰਨੀ ਹੈ ਔਰ ਉਹਦੇ ਕਰਕੇ ਜਿਹੜੀ ਚਰਚਾ ਹੋ ਰਹੀ ਹੈ। ਅਦਰਵਾਈਜ਼ ਕੋਵਿਡ ਬਾਰੇ ਖਾਸ ਤੌਰ ਤੇ ਜੇ ਆਪਾਂ ਪਿੰਡਾਂ 'ਚ ਗੱਲ ਕਰੀਏ ਤਾਂ ਪਿੰਡਾਂ 'ਚ ਤਾਂ ਬਿਲਕੁਲ ਹੀ ਨਹੀਂ। ਪਿੰਡਾਂ 'ਚ ਤਾਂ ਬਿਲਕੁਲ ਲੋਕ ਜਿਹੜੇ ਨੇ ਉਹ ਉਹਨਾਂ ਦੀ ਇਮਿਊਨਿਟੀ ਵੀ ਚੰਗੀ ਸਟਰੋਂਗ ਹੁੰਦੀ ਹੈ। ਔਰ ਤੁਸੀਂ ਦੇਖੋ ਹੁਣ ਆਪਣੇ ਕਿਸਾਨ ਉੱਥੇ ਬੈਠੇ ਨੇ, ਕੋਵਿਡ ਦਾ ਕੋਈ ਨਾਂ ਨਿਸ਼ਾਨ ਹੀ ਨਹੀਂ, ਕਿਸੇ ਨੂੰ ਕੋਈ ਸਿੰਪਟਮਸ ਤੱਕ ਨਹੀਂ ਨਜ਼ਰ ਆਇਆ ਤੱਕ। ਜਿਹੜੇ ਡਾਕਟਰਸ ਉੱਥੇ ਗਏ ਨੇ, ਉਹ ਤਮਾਮ ਡਾਕਟਰਸ ਦੀ ਰਿਪੋਰਟ ਇਹੀ ਹੈ ਕਿ ਇੱਥੇ ਕੋਈ ਸਿੰਪਟਮ ਤੱਕ ਨਜ਼ਰ ਨਹੀਂ ਆਇਆ ਕਿਸੇ ਨੂੰ ਕੋਵਿਡ ਦਾ। ਹਾਂ, ਮੌਸਮੀ ਬੁਖਾਰ, ਜ਼ੁਕਾਮ ਜਾਂ ਕੋਈ ਅਜਿਹੀਆਂ ਚੀਜ਼ਾਂ ਜਿਹੜੀਆਂ ਕਿਤੇ ਹੋਣ ਤਾਂ ਹੋਣ, ਨਹੀਂ ਅਦਰਵਾਈਜ਼ ਇਹੋ ਜਿਹੀ ਕੋਈ ਗੱਲ ਨਹੀਂ। ਪਰ ਸਿੱਧਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਡੂੰਘਾ ਅਸਰ ਹੈ ਇਸ ਅੰਦੋਲਨ ਨੂੰ ਲੈ ਕੇ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹ ਹੁਣ ਜਿੱਤ ਕੇ ਵਾਪਸ ਆਉਣਾ ਚਾਹੀਦਾ ਹੈ। ਤੇ ਫਿਰ ਸ਼ਹਿਰੀ ਵਾਕਈ ਵੇਖਣ ਵਾਲਾ ਹੋਏਗਾ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਤਿਉਹਾਰ ਮਨਾਇਆ ਜਾਂਦਾ ਹੈ। ਜੀ ਬਿਲਕੁਲ, ਇਹ ਬੜੀ ਵੱਡੀ ਗੱਲ ਹੋਏਗੀ। ਔਰ ਉਸਦੇ ਨਾਲ ਜਿਹੜੇ ਸਾਡੇ ਲੀਡਰ ਉੱਥੇ ਬੈਠੇ ਨੇ, ਜਿਹੜੇ ਜੱਥਿਆਂ ਨੂੰ ਲੀਡ ਕਰ ਰਹੇ ਨੇ, ਉਹ ਲੀਡਰ ਜਿਹੜੇ ਉਹਨਾਂ ਦੀ ਚਿੰਤਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਬਹੁਤ ਵਧੀਆਂ ਹੋਈਆਂ ਨੇ ਪੂਰੀ ਮੂਵਮੈਂਟ ਨੂੰ ਲੈ ਕੇ। ਔਰ ਖਾਸ ਤੌਰ ਤੇ 26 ਜਨਵਰੀ ਨੂੰ ਲੈ ਕੇ ਬਹੁਤ ਚਿੰਤਾਵਾਂ ਵਧੀਆਂ ਹੋਈਆਂ ਨੇ, ਕਿਉਂਕਿ ਉਹਨਾਂ ਦੇ ਦੋਹਰੀ ਜ਼ਿੰਮੇਵਾਰੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਇਸ ਵੇਲੇ। ਇੱਕ ਤਾਂ ਇਹ ਕਿ ਲੋਕਾਂ ਨੇ ਵੱਧ ਤੋਂ ਵੱਧ ਆਉਣਾ ਹੈ, ਉੱਥੇ ਦੀਆਂ ਜਿਹੜੀਆਂ ਰਣਨੀਤੀ ਤਿਆਰ ਕਰਨੀ ਹੈ, ਤਮਾਮ ਮੀਟਿੰਗਾਂ ਦੀ, ਕਿਉਂਕਿ 19 ਤਰੀਕ ਨੂੰ ਹੁਣ ਮੀਟਿੰਗ ਹੈ, ਤਮਾਮ ਰਣਨੀਤੀਆਂ ਤਿਆਰ ਕਰਨੀਆਂ ਨੇ। ਔਰ ਉਸ ਤੋਂ ਇਲਾਵਾ ਜਿਹੜਾ 26 ਜਨਵਰੀ ਦਾ ਦਿਹਾੜਾ ਜਿਹੜਾ ਹੈ ਉਸਨੂੰ ਕਿਸ ਢੰਗ ਨਾਲ, ਸ਼ਾਂਤੀ ਨਾਲ ਤੇ ਬਹੁਤ ਪ੍ਰਭਾਵੀ ਢੰਗ ਨਾਲ ਨੇਪਰੇ ਚਾੜਨਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਕਿਤੇ ਨਾ ਕਿਤੇ ਜ਼ਿਹਨ ਤੇ ਬੜਾ ਵੱਡਾ ਇੱਕ ਬਣਿਆ ਹੋਇਆ। ਔਰ ਦੂਜੇ ਪਾਸੇ ਜਦੋਂ ਪੰਜਾਬ 'ਚ ਇਹ ਖਬਰਾਂ ਜਾਣ ਕਿ NIA ਜਿਹੜੇ ਉਹਨਾਂ ਦੇ ਸਪੋਰਟਰ ਨੇ ਪਿੱਛੇ, ਉਹਨਾਂ ਨੂੰ ਨੋਟਿਸ ਭੇਜ ਰਹੀ ਹੈ, ਤਾਂ ਵਾਕਿਆ ਦਿਲ ਦਿਖਾਉਣ ਵਾਲੀ ਕਿਤੇ ਨਾ ਕਿਤੇ ਗੱਲ ਹੁੰਦੀ ਹੈ। ਪਰ ਮੈਂ ਹੈਰਾਨ ਹੈ ਇਸ ਗੱਲ ਨੂੰ ਲੈ ਕੇ। ਉਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਕਿ ਉਹ ਕਿਸ ਢੰਗ ਨਾਲ ਆਪਣੀ ਲੜਾਈ ਨੂੰ ਲੜ ਰਹੇ ਨੇ ਔਰ ਕਿਸ ਢੰਗ ਨਾਲ ਉਹ ਬਿਲਕੁਲ ਜਿਹੜੀ ਵਿਉਂਤਬੰਦੀ ਆ ਉਹ ਨਹੀਂ ਛੱਡ ਰਹੇ, ਜਿਹੜਾ ਆਪਣਾ ਸ਼ਾਂਤਮਈ ਅੰਦੋਲਨ ਹੈ ਉਹ ਨਹੀਂ ਛੱਡ ਰਹੇ। ਔਰ ਹਰ ਇੱਕ ਨੂੰ ਨਾਲ ਸਮਝਾ ਰਹੇ ਨੇ, ਹਰ ਇੱਕ ਨੂੰ ਨਾਲ ਲੈ ਕੇ ਚੱਲ ਰਹੇ ਨੇ। ਔਰ ਵਾਰ-ਵਾਰ ਜਿਹੜੇ ਜਿੰਨੇ ਵੀ ਨੈਰੇਟਿਵ ਨੇ ਸਰਕਾਰ ਦੇ, ਉਹਨਾਂ ਨੂੰ ਫੇਲ ਕਰਦੇ ਜਾ ਰਹੇ ਨੇ ਤੇ ਅੱਗੇ ਵਧਦੇ ਜਾ ਰਹੇ ਨੇ। ਵੱਡੀ ਗੱਲ ਇਹ ਹੈ ਕਿ ਦੇਖੋ, ਮੀਟਿੰਗ ਜਿਹੜੀ ਕਿਸਾਨਾਂ ਦਾ ਅੰਦੋਲਨ ਹੈ, ਜਿਸ ਢੰਗ ਨਾਲ ਲਗਾਤਾਰ ਕਾਮਯਾਬੀਆਂ ਸਰ ਕਰਦਾ ਜਾ ਰਿਹਾ ਹੈ, ਉਸ ਢੰਗ ਦੀਆਂ ਜਾਂ ਉਹ ਨਤੀਜੇ ਲੈ ਕੇ ਮੀਟਿੰਗ ਨਹੀਂ ਨਿਕਲਦੀ। ਮੀਟਿੰਗ ਚੋਂ ਸਿਰਫ ਮੀਟਿੰਗ ਨਿਕਲ ਰਹੀ ਹੈ। ਮੀਟਿੰਗ ਚੋਂ ਮੀਟਿੰਗ ਹੀ ਕੋਈ ਸਿੱਟਾ ਨਹੀਂ ਨਿਕਲ ਰਿਹਾ। ਬਿਲਕੁਲ ਰਾਜੇਸ਼ ਜੀ, ਇੱਕ ਹੋਰ ਜਾਣਕਾਰੀ ਹੈ ਰਾਜੇਸ਼ ਜੀ, ਕਾਂਗਰਸੀ ਆਗੂ ਜਿਹੜੇ ਕਿ ਜੰਤਰ ਮੰਤਰ ਦੇ ਉੱਤੇ ਰਵਨੀਤ ਬਿੱਟੂ ਹੁਣੇ ਆਪਣਾ ਅਲੱਗ ਤੋਂ ਧਰਨਾ ਚਲਾ ਰਹੇ ਸੀ, ਉਹਨਾਂ ਦੇ ਉੱਤੇ ਵੀ ਅੱਜ ਕਾਫੀ ਜ਼ਿਆਦਾ ਪੁਲਿਸ ਦੇ ਨਾਲ ਝੜਪ ਹੋਈ ਹੈ, ਪਾਣੀ ਦੀਆਂ ਬੁਛਾੜਾਂ ਹੋਈਆਂ, ਉਹਨਾਂ ਦੇ ਉੱਤੇ ਹਿਰਾਸਤ 'ਚ ਲਿਆ ਗਿਆ, ਉਹ ਧਰਨਾ ਖਤਮ ਕਰਵਾਇਆ ਗਿਆ। ਜਦੋਂ ਅੱਜ ਕਿਉਂਕਿ ਗਵਰਨਰ ਨੂੰ ਘੇਰਨ ਦਾ ਪ੍ਰੋਗਰਾਮ ਸੀਗਾ ਕਾਂਗਰਸ ਵੱਲੋਂ, ਔਰ ਉਸਦੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਜੰਤਰ ਮੰਤਰ ਵੀ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ, ਕਈ ਚੈਨਲਸ ਤੇ ਲਾਈਵ ਵੀ ਹੋਇਆ, ਕੁਝ ਹੋਇਆ। ਔਰ ਉਸ ਤੋਂ ਲੱਗਦਾ ਸਰਕਾਰ ਨੂੰ
ਭਾਜਣਾ ਪੈ ਗਈਆਂ ਉਸ ਗੱਲ ਨੂੰ ਲੈ ਕੇ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹ ਸੋਚ 'ਚ ਪੈ ਗਈ ਕਿ ਇਹ ਹੁਣ ਇਹ ਇਸ ਪਾਸਿਓਂ ਵੀ ਥੋੜਾ ਜਿਹਾ ਉਹਨਾਂ ਨੂੰ ਲੱਗਾ ਕਿ ਵੱਡਾ ਹੁੰਦਾ ਜਾ ਰਿਹਾ ਹੈ, ਜਿਹੜਾ ਅੰਦੋਲਨ ਹੈ ਵੱਡਾ ਹੋ ਰਿਹਾ ਇਸ ਪਾਸਿਓਂ ਜੀ ਕਿ ਕਾਂਗਰਸ ਨੇ ਜਿਸ ਢੰਗ ਨਾਲ ਅੱਜ ਘੇਰਾਬੰਦੀ ਕੀਤੀ, ਕਿਉਂਕਿ ਹੋਰਨਾਂ ਵੀ ਬਹੁਤ ਸਾਰੀਆਂ ਥਾਵਾਂ ਤੇ ਇਸ ਢੰਗ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਜਿੱਥੇ ਘੇਰਾਬੰਦੀ ਇੱਕ ਤਰ੍ਹਾਂ ਨਾਲ ਕੀਤੀ ਗਈ ਸੀ। ਤਾਂ ਉਸ ਤੋਂ ਬਾਅਦ ਅਚਾਨਕ ਜਦੋਂ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਜੰਤਰ ਮੰਤਰ ਤੋਂ ਗਏ ਨੇ, ਤਾਂ ਉਸ ਤੋਂ ਬਾਅਦ ਅਚਾਨਕ ਦਿੱਲੀ ਪੁਲਿਸ ਉੱਥੇ ਪਹੁੰਚਦੀ ਹੈ, ਪਹੁੰਚ ਕੇ ਜ਼ਬਰਦਸਤੀ ਘੜੀਸ ਕੇ ਜਿੰਨੇ ਵੀ ਉੱਥੇ MP ਬੈਠੇ ਨੇ ਜਾਂ ਹੋਰ ਲੀਡਰ ਬੈਠੇ ਨੇ ਉਹ ਸਾਰਿਆਂ ਨੂੰ ਬੱਸਾਂ ਦੇ ਵਿੱਚ ਪਾ ਕੇ ਜਿਹੜਾ ਉੱਥੋਂ ਖੜਿਆ ਜਾਂਦਾ ਹੈ। ਇਹ ਜਿਹੜੀਆਂ ਹਰਕਤਾਂ ਅੱਜ ਹੋਈਆਂ ਉਸ ਨਾਲ ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਜਿਹੜੀ ਹੈ ਉਹ ਕਿੰਨੀ ਘਬਰਾਈ ਹੋਈ ਹੈ। ਦੇਖੋ ਜੇ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਉੱਥੇ ਪਹੁੰਚ ਗਏ ਤੇ ਕੀ ਹੋ ਗਿਆ ਸੀ, ਪਰ ਇਹ ਸਰਕਾਰ ਦੀ ਫਰਸਟ੍ਰੇਸ਼ਨ ਹੈ, ਸਰਕਾਰ ਦੀ ਘਬਰਾਹਟ ਹੈ ਕਿ ਸਰਕਾਰ ਨੇ ਇੱਕਦਮ ਤੁਰੰਤ ਉਹਨੂੰ ਐਕਸ਼ਨ ਲੈਣਾ ਪਿਆ, ਅਜਿਹਾ ਐਕਸ਼ਨ ਕਿ ਜਿਸ ਦੇ ਨਾਲ ਉਥੋਂ ਘੜੀਸ ਕੇ ਖੜਨੇ ਜਾਂ ਕੋਈ ਜੰਤਰ ਮੰਤਰ ਹਾਲਾਂਕਿ ਉਹ ਸਥਾਨ ਹੀ ਇਸ ਵਾਸਤੇ ਬਣਾਇਆ ਗਿਆ ਹੈ ਕਿ ਜਿੱਥੇ ਤੁਸੀਂ ਬੈਠ ਕੇ ਆਪਣਾ ਅੰਦੋਲਨ ਸ਼ਾਂਤਮਈ ਢੰਗ ਨਾਲ ਕਰ ਸਕਦੇ ਹੋ, ਪਰ ਉਹ ਵੀ ਗਵਾਰਾ ਨਹੀਂ ਹੋਇਆ ਸਰਕਾਰ ਨੂੰ, ਤਾਂ ਉਸ ਅੰਦੋਲਨ ਤੇ ਵੀ ਲੱਠ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਸਭ ਤੋਂ ਵੱਡੀ ਗੱਲ ਸਰਕਾਰ ਨੂੰ ਇਹ ਵੀ ਇੱਕ ਮੁਸ਼ਕਲ ਆ ਰਹੀ ਸੀ ਕਿ ਕਿਸਾਨਾਂ ਦੀਆਂ ਖਬਰਾਂ ਤਾਂ ਚੱਲ ਹੀ ਰਹੀਆਂ ਨੇ, ਕਿਸਾਨ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਜਾਂ ਹੋਰ ਜਿਹੜਾ ਮੀਡੀਆ ਉੱਤੇ ਉਹ ਲਗਾਤਾਰ ਆਪਣੇ ਆਪ ਨੂੰ ਪ੍ਰਸਾਰਿਤ ਕਰ ਰਹੇ ਨੇ, ਉਹ ਇੱਕ ਆਪਣਾ ਵੀ ਜਿਹੜਾ ਨੈਟਵਰਕ ਹੈ ਕਿਸਾਨਾਂ ਦਾ ਚੱਲ ਰਿਹਾ ਹੈ। ਪਰ ਉਸ ਤੋਂ ਇਲਾਵਾ ਜਿਹੜੇ ਇਹ ਉੱਥੇ MP ਬੈਠੇ ਨੇ, ਜਿਹੜੇ ਉੱਥੇ ਹੋਰ ਲੀਡਰ ਬੈਠੇ ਨੇ, ਉਹ ਵੀ ਲਗਾਤਾਰ ਸਰਕਾਰ ਦਾ ਭੰਡੀ ਪ੍ਰਚਾਰ ਉੱਥੇ ਬੈਠਿਆਂ ਹੀ ਕਰ ਰਹੇ ਨੇ, ਉਹ ਵੀ ਆਪ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇੱਥੋਂ ਤੱਕ ਕਿ ਪਰਿਵਾਰਾਂ ਸਮੇਤ ਵੀ ਉੱਥੇ ਬਹਿ ਗਏ ਸੀ, ਹਾਲਾਂਕਿ ਕਿਸਾਨ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਰਹੇ ਨੇ। ਹਾਲੇ ਵੀ ਕਿਸਾਨ ਉਹ ਦੇਖੋ ਅੱਜ ਤਮਾਮ ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਕਿਸਾਨਾਂ ਦਾ ਇਹਨਾਂ ਬਾਰੇ ਕੋਈ ਬਿਆਨ ਨਹੀਂ ਕਿ ਉੱਥੇ ਕੀ ਹੋਇਆ ਕੀ ਨਹੀਂ ਹੋਇਆ। ਉਹ ਕਿਸਾਨਾਂ ਨੂੰ ਇਹ ਨਹੀਂ ਆ, ਕਿਸਾਨਾਂ ਨੂੰ ਹੈਗਾ ਕਿ ਉਹਨਾਂ ਨੇ ਖੁਦ ਕਿਵੇਂ ਚੱਲਣਾ ਹੈ, ਇਹਨਾਂ ਤੋਂ ਬਿਨਾਂ ਕਿਵੇਂ ਚੱਲਣਾ ਹੈ, ਉਹ ਆਪਣੇ ਸਹੀ ਢੰਗ ਨਾਲ ਚੱਲ ਰਹੇ ਨੇ। ਔਰ ਜਿਵੇਂ ਕਿ ਕਿਸਾਨਾਂ ਦੀ ਕਾਮਯਾਬੀ ਜਿੱਥੇ ਸ਼ਾਂਤਮਈ ਅੰਦੋਲਨ ਕਰਕੇ ਹੈ, ਉੱਥੇ ਇਸ ਕਰਕੇ ਵੱਡੀ ਕਾਮਯਾਬੀ ਹੈ ਕਿਉਂਕਿ ਕਿਸਾਨਾਂ ਨੇ ਇਹਨਾਂ ਪੋਲੀਟੀਸ਼ੀਅਨਸ ਨੂੰ ਆਪਣੇ ਲਾਗੇ ਨਹੀਂ ਫੜਕਣ ਦਿੱਤਾ, ਇਹਨਾਂ ਨੇ ਆਪਣੀ ਸਟੇਜ ਨਹੀਂ ਦਿੱਤੀ ਉਹਨਾਂ ਨੂੰ, ਇਹਨਾਂ ਨੇ ਆਪਣਾ ਅੰਦੋਲਨ ਆਪਦੇ ਤਰੀਕੇ ਨਾਲ ਹੀ ਜਾਰੀ ਰੱਖਿਆ, ਤੇ ਇਸੇ ਕਰਕੇ ਏਡੀ ਵੱਡੀ ਕਾਮਯਾਬੀ ਮਿਲਦੀ ਹੈ। ਹਾਂ ਠੀਕ ਹੈ, ਕਾਂਗਰਸ ਆਪਣੇ ਪੱਖੋਂ ਕਰ ਰਹੀ ਹੈ, ਆਪਣੇ ਤਰੀਕੇ ਨਾਲ ਕਰ ਰਹੀ ਹੈ, ਔਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਤਰੀਕੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਉਹ ਕਿਤੇ ਆਈਸੋਲੇਟ ਨਾ ਹੋ ਜਾਣ। ਬਿਲਕੁਲ ਹੁਣ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਆਈਸੋਲੇਟਡ ਹੋਇਆ ਪਿਆ, ਉਹ ਇਸ ਕਰਕੇ ਆਈਸੋਲੇਟਡ ਹੋਇਆ ਪਿਆ ਕਿਉਂਕਿ ਉਹਨਾਂ ਤੇ ਇਲਜ਼ਾਮ ਇਹ ਲੱਗਦੇ ਕਿ ਪਹਿਲੋਂ ਭਾਈਵਾਲ ਸੀ, ਪਹਿਲੋਂ ਜਿਵੇਂ ਹੀ ਕਾਨੂੰਨ ਬਣੇ ਔਰ ਇਹ ਉਹਨਾਂ ਦਾ ਸਮਰਥਨ ਕਰਦੇ ਦਿਖੇ, ਉਹਨਾਂ ਦੀਆਂ ਤਾਰੀਫਾਂ ਕਰਦੇ ਦਿਖੇ। ਇਹ ਤਾਂ ਰਾਜੇਸ਼ ਜੀ ਪੰਜਾਬ ਕਾਂਗਰਸ ਵੀ ਕਹਿ ਸਕਦੇ ਆ ਕਿ ਬੜੀ ਮੁਸ਼ਕਿਲ ਨਾਲ ਬਚਾਅ ਹੋ ਗਿਆ। ਜੇ ਭੁਪਿੰਦਰ ਸਿੰਘ ਮਾਨ ਜਿਹੜੇ ਨੇ ਉਹਨਾਂ ਨੇ ਕਮੇਟੀ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਤਾਂ ਸ਼ਾਇਦ ਕੈਪਟਨ ਸਾਹਿਬ ਬਚ ਗਏ ਨੇ। ਦੇਖੋ ਅੱਜ ਸੁਖਬੀਰ ਬਾਦਲ ਨੇ ਵੀ ਇਸ ਤੇ ਬਿਆਨ ਆਇਆ ਹੈ, ਉਹਨਾਂ ਦਾ ਵੀ ਬਿਆਨ ਆਇਆ ਇਸ ਬਾਰੇ ਕਿ ਭੁਪਿੰਦਰ ਸਿੰਘ ਮਾਨ ਨੇ ਜੇ ਆਪਣਾ ਨਾਂ ਵਾਪਸ ਲਿਆ ਹੈ, ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਵਾਪਸ ਲਿਆ ਹੈ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਕਿਸਾਨ ਘਿਰਾਓ ਕਰਦੇ ਨੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕਰਨਾ ਚਾਹੀਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਜਿਹੜੇ ਨੇ ਉਹ ਇੱਕ ਮੁੱਠ ਨੇ, ਤੇ ਇਹ ਇਸ ਕਰਕੇ ਸਾਰਾ ਕੁਝ ਜੋ ਕੁਝ ਹੋ ਰਿਹਾ ਇਹਨਾਂ ਦੇ ਕਰਕੇ ਹੋ ਰਿਹਾ ਹੈ। ਸੋ ਇਹ ਜਿਹੜੀ ਦੂਸ਼ਣਬਾਜ਼ੀ ਆਪਸ ਦੇ ਵਿੱਚੋਂ ਚੱਲਦੀ ਪਈ, ਉਹ ਚੱਲਦੀ ਰਹੇਗੀ, ਪਰ ਕਿਸਾਨਾਂ ਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ। ਕਿਸਾਨ ਜਿਹੜੇ ਨੇ ਉਹ ਆਪਣੀਆਂ ਲੀਹਾਂ ਤੇ ਚੱਲ ਰਹੇ ਨੇ, ਆਪਣੇ ਤਰੀਕੇ ਨਾਲ ਚੱਲਦੇ ਨੇ, ਔਰ ਉਹਨਾਂ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਰਾਜ਼ ਵੀ ਇਹੀ ਹੈ ਕਿ ਉਹ ਆਪਣੇ ਤਰੀਕੇ ਨਾਲ ਚੱਲਦੇ। ਜੀ ਬਿਲਕੁਲ ਰਾਜੇਸ਼ ਜੀ, ਵਾਕਈ ਸ਼ਾਇਦ ਅੰਦੋਲਨ ਨੂੰ ਇਹੀ ਚੀਜ਼ ਹਜੇ ਤੱਕ ਬਚਾ ਕੇ ਰੱਖੀ ਹੋਈ ਹੈ ਕਿ ਆਪਣੀ ਸਟ੍ਰੈਟਜੀ, ਆਪਣੀ ਰਣਨੀਤੀ, ਆਪਣੀਆਂ ਸਾਰੀਆਂ ਗੱਲਾਂ ਦੀ ਜਿਹੜੀ ਪਲਾਨਿੰਗ ਹੈ ਉਹ ਖੁਦ ਕਰ ਰਹੇ ਨੇ, ਤੇ ਉਸ ਦੇ ਵਿੱਚ ਰਾਜਨੀਤਿਕ ਜਿਹੜੇ ਆਗੂ ਨੇ ਉਹਨਾਂ ਨੂੰ ਬਿਲਕੁਲ ਪਰੇ ਹੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਕੋਈ ਖਾਸ ਅੱਜ ਦੀ ਅਪਡੇਟ ਰਾਜੇਸ਼ ਜੀ? ਦੇਖੋ ਇੱਕ ਸਵਾਲ ਜਿਹੜਾ ਦਿਮਾਗ ਦੇ ਵਿੱਚ ਆਉਂਦਾ ਹੈ ਕਿਉਂਕਿ ਹੁਣ ਤੱਕ ਜਿਹੜੀਆਂ ਮੀਟਿੰਗਸ ਹੋਈਆਂ ਸਾਰੀਆਂ ਬੇਸਿੱਟਾ ਨਿਕਲੀਆਂ, ਹੁਣ ਫਿਰ 19 ਤਰੀਕ ਨੂੰ ਮੀਟਿੰਗ ਹੈ, ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ 19 ਨੂੰ ਹੁਣ ਕੀ ਹੋਊਗਾ ਤੇ 19 ਨੂੰ ਕੀ ਹੋਏਗਾ। ਹੁਣ ਤੇ ਕਿਸਾਨ ਸਾਰੇ ਇਹੀ ਕਹਿ ਰਹੇ ਨੇ 19 ਨੂੰ ਕੀ ਹੋਣਾ ਜੀ, 19 ਨੂੰ ਫਿਰ ਅਗਲੀ ਮੀਟਿੰਗ ਜਾਂ ਬੇਸਿੱਟਾ ਇਹੀ ਹੋਣਾ। ਇਹ ਕਿਸਾਨ ਖੁਦ ਕਹਿ ਰਹੇ ਨੇ ਕਿ ਉਹ ਇਹ ਲਾ ਕੇ ਚੱਲੇ ਹੋਏ ਨੇ ਕਿ ਹਜੇ ਹੋਰ ਮੀਟਿੰਗਾਂ ਹੋਣਗੀਆਂ, ਔਰ ਉਹ ਮੀਟਿੰਗਾਂ ਜਦੋਂ ਹੋਣਗੀਆਂ ਉਸ ਤੋਂ ਬਾਅਦ ਕੋਈ ਨਾ ਕੋਈ ਨਤੀਜਾ ਨਿਕਲੇਗਾ। ਫਿਲਹਾਲ ਤੇ ਟੇਕ ਲੱਗੀ ਹੋਈ ਹੈ 26 ਜਨਵਰੀ ਤੇ ਕਿ 26 ਜਨਵਰੀ ਜਿਹੜਾ ਇੱਕ ਦਬਾਅ ਬਣਿਆ ਹੋਇਆ ਹੈ, ਇਸ ਦੇ ਦੌਰਾਨ ਜੇ ਕੋਈ ਮਸਲਾ ਹੱਲ ਹੋ ਜਾਏ ਤਾਂ ਬਹੁਤ ਵੱਡੀ ਗੱਲ ਹੈ। ਜੀ ਬਿਲਕੁਲ ਰਾਜੇਸ਼, ਬਹੁਤ ਇਹ ਸੋਚ ਰਿਹਾ ਹੈ ਕਿ ਹੁਣ ਇਹ ਜਿਹੜਾ ਦਬਾਅ ਹੈ ਇਹ ਕੰਮ ਕਰਨਾ ਚਾਹੀਦਾ ਹੈ।
ਜੀ ਬਿਲਕੁਲ ਰਾਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਨਵੇਂ ਅਪਡੇਟ ਦੇ ਨਾਲ ਫਿਰ ਤੋਂ ਤੁਹਾਡੇ ਨਾਲ ਮੁਖਾਤਿਬ ਹੋਵਾਂਗੇ ਤੇ ਨਵੀਆਂ ਗੱਲਾਂ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਜਿਵੇਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਸਭ ਡਟੇ ਹੋਏ ਨੇ, ਜੁਟੇ ਹੋਏ ਨੇ, ਹੁਣ ਦੇਖਦੇ ਹਾਂ ਕਿ ਸੋਮਵਾਰ ਨੂੰ ਜੇ ਸੁਪਰੀਮ ਕੋਰਟ ਨਤੀਜਾ ਕੱਢਦੀ ਹੈ ਕਿ ਜਿਹੜੀ 26 ਜਨਵਰੀ ਨੂੰ ਕਿਸਾਨਾਂ ਦੇ ਵੱਲੋਂ ਮਾਰਚ ਉਲੀਕਿਆ ਗਿਆ ਹੈ ਉਹ ਹੋਣ ਦੀ ਇਜਾਜ਼ਤ ਹੈ ਜਾਂ ਨਹੀਂ, ਇਹ ਤਾਂ ਹੁਣ ਸੋਮਵਾਰ ਨੂੰ ਹੀ ਅਪਡੇਟ ਪਤਾ ਚੱਲੇਗਾ। ਪਰ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ, ਕਿਸਾਨਾਂ ਦੀ ਤਮਾਮ ਤੌਰ ਦੇ ਉੱਤੇ ਤਿਆਰੀ ਜਿਹੜੀ ਹੈ ਉਹ ਮੁਕੰਮਲ ਜ਼ਰੂਰ ਹੁੰਦੀ ਜਾ ਰਹੀ ਹੈ। ਸੋ ਵਿਦੇਸ਼ਾਂ ਦੇ ਵਿੱਚੋਂ ਵੀ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਚੰਗਾ ਹੁੰਗਾਰਾ ਮਿਲ ਰਿਹਾ ਹੈ। ਥਾਂ ਥਾਂ ਤੇ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, ਟੋਰਾਂਟੋ 'ਚ, ਹਰ ਥਾਂ ਦੇ ਉੱਤੇ ਰੈਲੀਆਂ ਉਲੀਕੀਆਂ ਜਾ ਰਹੀਆਂ ਨੇ, ਮਾਰਚ ਕੀਤੇ ਜਾ ਰਹੇ ਨੇ। ਕੈਂਡਲ ਮਾਰਚ, ਜਿਹੜੇ ਲੋਕ ਸ਼ਹੀਦ ਹੋ ਚੁੱਕੇ ਨੇ ਇਸ ਅੰਦੋਲਨ ਦੇ ਵਿੱਚ, ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ, ਉਹਨਾਂ ਦੇ ਲਈ ਕੈਂਡਲ ਮਾਰਚ ਵੀ ਕੀਤੇ ਜਾ ਰਹੇ ਨੇ। ਸਾਰੇ ਲੋਕਾਂ ਨੂੰ ਜਿਹੜਾ ਇਹ ਕਹਿ ਸਕਦੇ ਆ ਕਿ ਬਹੁਤ ਹੀ ਇਸ ਵੇਲੇ ਨੇ ਇਕਜੁੱਟਤਾ ਦੇ ਨਾਲ ਸਾਰੇ ਲੱਗੇ ਹੋਏ ਨੇ ਤੇ ਜੁਟੇ ਰਹੋ ਜਦੋਂ ਤੱਕ ਫਤਿਹ ਹਾਸਲ ਨਹੀਂ ਹੁੰਦੀ। ਬਾਕੀ ਦ ਮਾਰਨਿੰਗ ਸ਼ੋਅ ਦੇ ਵਿੱਚ ਅਸੀਂ ਹਰ ਦਿਨ ਤੁਹਾਡੇ ਮੁਖਾਤਿਬ ਹੁੰਦੇ ਹੀ ਹਾਂ। ਕੋਈ ਵੀ ਤੁਸੀਂ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਜੇ ਦੇਖਦੇ ਹੋ ਮਾਰਨਿੰਗ ਸ਼ੋਅ ਤਾਂ ਉਸ ਦੇ ਵਿੱਚ ਆਪਣੇ ਕਮੈਂਟਸ ਪਾ ਦਿਆ ਕਰੋ। ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਵੀ ਸਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਆਪਣੀ ਵੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਦਿਆ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡਾ ਰਾਬਤਾ ਕਰੀਏ ਔਰ ਆਪਣੇ ਲਾਈਵ ਸ਼ੋਅ ਦੇ ਵਿੱਚ ਜਿਹੜਾ ਉਹ ਤੁਹਾਡੇ ਨਾਲ ਗੱਲਬਾਤ ਕਰੀਏ। ਸੋ ਦ ਮਾਰਨਿੰਗ ਸ਼ੋਅ ਨੂੰ ਲੈ ਕੇ ਕੋਈ ਵੀ ਸੁਜੈਸ਼ਨ ਹੈ, ਪਲੀਜ਼ ਸੁਜੈਸ਼ਨ ਦਿਆ ਕਰੋ। ਤੁਹਾਡੇ ਜਿਹੜੇ ਸੁਜੈਸ਼ਨ ਹੈ ਉਹ ਸਾਡੇ ਲਈ ਬਹੁਤ ਮਾਇਨੇ ਰੱਖਦੇ ਨੇ। ਸੋ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।